ਤੁਹਾਡੇ ਚਿਹਰੇ ਤੋਂ ਤੁਹਾਡੇ ਭੋਲਾ ਭਾਅ ਜਿਸ ਤਰ੍ਹਾਂ ਦੇਖਦੇ ਹਾਂ, ਮੈਨੂੰ ਕਈ ਵਾਰ ਲੱਗਦਾ ਕਿ ਜਿੱਦਾਂ ਦੀਆਂ ਸਿਆਸਤਦਾਨ ਖੇਡਾਂ ਖੇਡ ਕੇ ਅੱਗੇ ਲੰਘਣਾ ਇੱਕ ਦੂਜੇ ਕੋਲ ਹੁੰਦੇ ਆ, ਕਿ ਅਸੀਂ ਉਹਦੇ ਵਿੱਚ ਆਪਣੇ ਆਪ ਨੂੰ ਫਿੱਟ ਸਮਝਦੇ ਹਾਂ ਵੀ ਅਸੀਂ ਉਹ ਸਾਰਾ ਕੁਝ ਕਰ ਸਕਾਂਗੇ। ਗਿੱਲ ਸਾਹਿਬ, ਜਿਵੇਂ ਤੁਸੀਂ ਕਿਹਾ ਕਿ ਸਿਆਸਤ 'ਚ ਸਾਰੇ ਆਉਂਦੇ ਨੇ ਸਮਾਜ ਨੂੰ ਬਦਲਣ, ਪਰ ਸਿਆਸਤ ਸਿਆਸਤਦਾਨ ਨੂੰ ਬਦਲ ਦਿੰਦੀ ਆ। ਹਾਂ, ਤੇ ਉਹ ਸਿਆਸਤਦਾਨ ਉਹਨਾਂ 95% 'ਚ ਰਲ ਜਾਂਦੇ ਨੇ ਜੋ ਕਿ ਆਪਾਂ ਦੇਖਦੇ ਹਾਂ। ਸੋ ਮੈਂ ਵਾਰਡ 2 ਤੋਂ ਪਿਛਲੇ ਲੰਮੇ ਸਮੇਂ ਤੋਂ ਰਹਿ ਰਿਹਾ, ਸਾਡਾ 8ਵਾਂ ਸਾਲ ਆ ਜੀ, ਅਸੀਂ ਉੱਥੇ ਹੀ ਰਹਿ ਰਹੇ ਹਾਂ। ਤੇ ਵਾਰਡ 2 ਦੇ ਵਿੱਚ ਅਸੀਂ ਰਹਿੰਦੇ ਹਾਂ। ਬੜੇ ਉੱਥੇ ਇਹੋ ਜਿਹੇ ਮਸਲੇ ਫੇਸ ਕੀਤੇ, ਤੇ ਉਹ ਮਸਲੇ ਅਸੀਂ ਦੋਨਾਂ ਤਰੀਕਿਆਂ ਨਾਲ ਇਹ ਕਹਿ ਸਕਦੇ ਹਾਂ ਵੀ ਐਜ਼ ਅ ਕਮਿਊਨਿਟੀ, ਐਜ਼ ਅ ਕੈਨੇਡੀਅਨ ਕਮਿਊਨਿਟੀ ਵੀ ਫੇਸ ਕੀਤੇ, ਤੇ ਐਜ਼ ਅ ਸਾਊਥ ਏਸ਼ੀਅਨ ਸਿੱਖ ਪੰਜਾਬੀ ਕਮਿਊਨਿਟੀ ਵੀ ਫੇਸ ਕੀਤੇ ਆ। ਤੇ ਉਹ ਜਦੋਂ ਮਸਲਿਆਂ ਦੀ ਸੁਣਵਾਈ ਨਹੀਂ ਹੁੰਦੀ। ਟੀਵੀ ਪੰਜਾਬੀ ਦੁਨੀਆ ਹਰ ਰੋਜ਼ ਲੈ ਕੇ ਆਉਂਦਾ ਹੈ ਆਪਣੀ ਧਰਤੀ ਨਾਲ ਜੁੜੇ ਲੋਕਾਂ ਲਈ ਇੱਕ ਵਿਲੱਖਣ ਪ੍ਰੋਗਰਾਮ, ਮੇਰੀ ਧਰਤੀ ਮੇਰੇ ਲੋਕ। ਟੀਵੀ ਪੰਜਾਬੀ ਦੁਨੀਆ, ਆਪਣੀ ਬੋਲੀ ਆਪਣਾ ਮਾਣ। पंजाब करा की सिफत तेरी शाना दे सब सामान तेरे, जल पौन तेरा हरियाल तेरी दरिया पर्वत मैदान तेरे। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ, ਮੇਰੀ ਧਰਤੀ ਮੇਰੇ ਲੋਕ ਪ੍ਰੋਗਰਾਮ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੋ ਗਏ ਜੀ। ਮੇਰੇ ਨਾਲ ਅੱਜ ਜੁੜ ਗਏ ਨੇ ਹੁਨਰ ਕਾਲੋ ਹੋਰੀ, ਕੌਂਸਲਰ ਦੀ ਇਲੈਕਸ਼ਨ ਲੜ ਰਹੇ ਨੇ ਜੀ ਕੈਲੇਡਨ ਤੋਂ, ਕੈਲੇਡਨ ਦੀ ਵਾਰਡ ਨੰਬਰ 2 ਤੋਂ। ਸਾਡੀ ਕਮਿਊਨਿਟੀ 'ਚ ਜਾਣੇ ਪਛਾਣੇ ਹੁਨਰ ਕਾਲੋ ਹੋਰੀ ਔਰ ਇਹਨਾਂ ਦੇ ਪੇਰੈਂਟਸ, ਪਾਪਾ ਦੀ ਗੱਲ ਕਰੀਏ, ਇਹਨਾਂ ਦੇ ਪਰਿਵਾਰ ਦੀ ਗੱਲ ਕਰੀਏ, ਤੇ ਸਾਡੇ ਸਾਰੇ ਹੀ ਸਮਾਜ ਵਿੱਚ ਸਾਡਾ ਜਿਹੜਾ ਭਾਈਚਾਰਾ ਉਹਨਾਂ ਦੇ ਬਾਰੇ ਜਾਣਕਾਰੀ ਰੱਖਦਾ। ਬੜੇ ਅੱਛੇ ਪਰਿਵਾਰ 'ਚੋਂ ਨੇ ਔਰ ਬੜੇ ਵਧੀਆ ਤਰੀਕੇ ਨਾਲ ਇਹਨਾਂ ਦਾ ਜਿਹੜਾ ਹੈ ਜੀ ਸਾਰਾ ਪਰਿਵਾਰਕ ਪਿਛੋਕੜ ਉਹ ਸਾਡੇ ਸਾਹਮਣੇ ਆ। ਸੋ ਇਹ ਸਿਆਸਤ 'ਚ ਆਏ ਨੇ, ਇਲੈਕਸ਼ਨ ਲੜ ਰਹੇ ਨੇ, ਉਹ ਵੀ ਕੈਲੇਡਨ ਤੋਂ, ਤੇ ਸਾਡੇ ਸਟੂਡੀਓ ਆਏ ਨੇ। ਉਹਨਾਂ ਨਾਲ ਕੁਝ ਗੱਲਾਂ ਬਾਤਾਂ ਕਰਾਂਗੇ ਆਪਣੇ ਦਰਸ਼ਕਾਂ ਦੇ ਨਾਲ। ਕਾਲੂ ਸਾਹਿਬ, ਤੁਹਾਡਾ ਸਵਾਗਤ ਕਰਦੇ ਹਾਂ ਜੀ। ਧੰਨਵਾਦ ਗਿੱਲ ਸਾਹਿਬ। ਕਿਵੇਂ ਆ ਗਿਆ ਮਨ 'ਚ ਇਲੈਕਸ਼ਨ ਲੜੀਏ? ਗਿੱਲ ਸਾਹਿਬ, ਇਹ ਸ਼ਾਰਟ 'ਚ ਦੱਸੀਏ ਤਾਂ ਇੱਦਾਂ ਸੀਗਾ ਕਿ ਅਸੀਂ ਜਦੋਂ ਵੀ ਗੱਲਾਂ ਕਰਦੇ ਹਾਂ, ਤੁਹਾਡੇ ਨਾਲ ਵੀ ਗੱਲ ਹੁੰਦੀ ਆ, ਹੋਰ ਵਿਦਵਾਨਾਂ ਨਾਲ ਅਸੀਂ ਜਦੋਂ ਵੀ ਕਿਤੇ ਬੈਠਦੇ ਹਾਂ ਤਾਂ ਅਸੀਂ ਸਮਾਜ 'ਚ ਜੋ ਚੱਲ ਰਿਹਾ ਸਮਾਜਿਕ ਕੁਰੀਤੀਆਂ ਦੀ ਗੱਲ ਹੀ ਹੁੰਦੀ ਆ, ਅਤੇ ਅਸੀਂ ਉਹ ਗੱਲਾਂ ਅਕਸਰ ਹੀ ਗੱਲਾਂ ਤੱਕ ਰਹਿ ਜਾਂਦੀਆਂ ਨੇ, ਅਤੇ ਉਹ ਗੱਲਾਂ ਜਦੋਂ ਮੁੱਕ ਜਾਂਦੀਆਂ ਤਾਂ ਅਗਲੇ ਦਿਨ ਫਿਰ ਰੁਝੇਵਿਆਂ 'ਚ ਆਪਾਂ ਲੱਗ ਜਾਂਦੇ ਹਾਂ ਜੀ। ਅਤੇ ਇਸ ਵਾਰੀ ਅਸੀਂ ਇਹ ਸੋਚਿਆ ਵੀ ਇਹ ਗੱਲਾਂ ਨੂੰ ਹੁਣ ਸਹੀ ਕਰਨ ਦਾ ਸਮਾਂ ਆ, ਵੀ ਇਹਦੇ 'ਤੇ ਐਕਸ਼ਨ ਲੈਣ ਦਾ ਸਮਾਂ ਹੈ। ਅਤੇ ਇਸ ਸੋਚ ਨਾਲ ਅਸੀਂ ਆਪਣਾ ਜਿਹੜਾ ਕਮਿਊਨਿਟੀ ਦੇ ਨਾਲ ਸਲਾਹ ਕਰਕੇ ਅੱਗੇ ਜਾਣ ਦਾ ਫੈਸਲਾ ਕੀਤਾ, ਤਾਂ ਜੋ ਪਹਿਲਾਂ ਅਸੀਂ ਜਿਹੜਾ ਬਾਹਰੀ ਤੌਰ 'ਤੇ ਜ਼ੋਰ ਲਾ ਰਹੇ ਹਾਂ, ਉਹ ਹੁਣ ਅਜੇ ਦੂਸਰੇ ਬੰਨੇ ਅਸੀਂ ਜਾ ਕੇ ਫਰੋਮ ਦਾ ਇਨਸਾਈਡ ਜੇ ਆਪਾਂ ਕੁਝ ਕੰਮ ਕਰ ਸਕੀਏ, ਕੁਛ ਆਪਾਂ ਇਹਨਾਂ ਸਮਾਜ ਨੂੰ ਕਿਸੇ ਕੋਈ ਚੰਗੀ ਸੇਧ ਵੱਲ ਜੇ ਲੈ ਕੇ ਜਾ ਸਕੀਏ, ਇੱਕ ਚੰਗਾ ਸਮਾਜ ਸਿਰਜ ਸਕੀਏ। ਬਹੁਤ ਵਧੀਆ ਆਈਡੀਆਜ਼, ਤਾਂ ਬਹੁਤ ਵਧੀਆ ਜੀ। ਵੈਸੇ ਸਿਆਸਤਦਾਨ ਸਾਰੇ ਹੀ ਇਹ ਕਹਿ ਕੇ ਆਉਂਦੇ ਸਿਆਸਤ ਵਿੱਚ ਕਿ ਜੋ ਕੁਝ ਸਾਡੇ ਆਲੇ ਦੁਆਲੇ ਵਾਪਰ ਰਿਹਾ ਅਸੀਂ ਉਹਨੂੰ ਬਦਲਣਾ ਚਾਹੁੰਦੇ ਹਾਂ। ਅਤੇ ਮੈਂ ਜਿਵੇਂ ਪਹਿਲਾਂ ਜ਼ਿਕਰ ਕੀਤਾ ਕਿ ਆਪਣੇ ਪਰਿਵਾਰਕ ਪਿਛੋਕੜ ਦਾ ਬੜਾ ਸ਼ਰੀਫ ਅਤੇ ਇਸ ਤਰ੍ਹਾਂ ਦਾ ਪਰਿਵਾਰ, ਮੈਨੂੰ ਕਈ ਵਾਰ ਲੱਗਦਾ ਹੁੰਦਾ ਕਿ ਸਿਆਸਤ ਸ਼ਰੀਫ ਬੰਦਿਆਂ ਦਾ ਕੰਮ ਨਹੀਂ ਆ, ਭਾਵੇਂ ਇੱਥੋਂ ਦੀ ਹੋਵੇ ਅਤੇ ਭਾਵੇਂ ਆਪਣੇ ਪਿੱਛੇ ਛੱਡੇ ਮੁਲਕ ਦੀ। ਤੁਹਾਡੇ ਚਿਹਰੇ ਤੋਂ ਤੁਹਾਡੇ ਭੋਲਾ ਭਾਅ ਜਿਸ ਤਰ੍ਹਾਂ ਦੇਖਦੇ ਹਾਂ, ਮੈਨੂੰ ਕਈ ਵਾਰ ਲੱਗਦਾ ਕਿ ਜਿੱਦਾਂ ਦੀਆਂ ਸਿਆਸਤਦਾਨ ਖੇਡਾਂ ਖੇਡ ਕੇ ਅੱਗੇ ਲੰਘਣਾ ਇੱਕ ਦੂਜੇ ਕੋਲ ਹੁੰਦੇ ਆ, ਕਿ ਅਸੀਂ ਉਹਦੇ ਵਿੱਚ ਆਪਣੇ ਆਪ ਨੂੰ ਫਿੱਟ ਸਮਝਦੇ ਹਾਂ ਵੀ ਅਸੀਂ ਉਹ ਸਾਰਾ ਕੁਝ ਕਰ ਸਕਾਂਗੇ। ਗਿੱਲ ਸਾਹਿਬ, ਜਿਵੇਂ ਤੁਸੀਂ ਕਿਹਾ ਕਿ ਸਿਆਸਤ 'ਚ ਸਾਰੇ ਆਉਂਦੇ ਨੇ ਸਮਾਜ ਨੂੰ ਬਦਲਣ, ਪਰ ਸਿਆਸਤ ਸਿਆਸਤਦਾਨ ਨੂੰ ਬਦਲ ਦਿੰਦੀ ਆ। ਹਾਂ, ਅਤੇ ਉਹ ਸਿਆਸਤਦਾਨ ਉਹਨਾਂ 95% 'ਚ ਰਲ ਜਾਂਦੇ ਨੇ ਜੋ ਕਿ ਆਪਾਂ ਦੇਖਦੇ ਹਾਂ। ਤੁਹਾਨੂੰ ਮੈਂ ਥੋੜ੍ਹੀ ਜਿਹੀ ਇਹਦੇ 'ਚ ਬੈਕਗਰਾਊਂਡ ਆਪਣੀ ਇਹ ਦੇਣੀ ਚਾਹੂੰਗਾ ਕਿ ਸਾਡੇ ਦਾਦਾ ਜੀ 30 ਸਾਲ 3 ਪਿੰਡਾਂ ਦੀ ਸਾਂਝੀ ਪੰਚਾਇਤ ਦੇ ਸਰਬਸੰਮਤੀ ਨਾਲ ਸਰਪੰਚ ਬਣੇ ਜੀ। ਅਤੇ ਅਸੀਂ ਇਹ ਕਹਿ ਸਕਦੇ ਕਿ ਸਾਡੇ ਲਈ ਉਹ ਪ੍ਰੇਰਨਾ ਸਰੋਤ ਤਾਂ ਹੈ ਹੀ ਨੇ। ਸੋ ਉਹਨਾਂ ਨੇ ਬੜੀ ਸਾਫ਼ ਸੁਥਰੀ ਰਾਜਨੀਤੀ ਕੀਤੀ ਹੈ, ਅਤੇ ਅਸੀਂ ਇਹੀ ਚਾਹਾਂਗੇ ਕਿ ਜੇ ਅਸੀਂ ਲੋਕ ਭਲਾਈ ਦੇ ਕਾਰਜ 'ਚ ਕਿਤੇ ਯਤਨਸ਼ੀਲ ਹੈਗੇ ਹਾਂ ਅਤੇ ਉਸੇ ਤਰ੍ਹਾਂ ਹੀ ਲੱਗੇ ਰਹੀਏ, ਨਾ ਕਿ ਆਪਾਂ ਬਾਕੀ 95% 'ਚ ਰਲੀਏ। ਜੇ ਤੋਂ ਆਪਾਂ ਸਾਡੇ ਫਾਦਰ ਸਾਹਿਬ ਜਾਂ ਸਾਡੇ ਤਾਇਆ ਜੀ ਉਹਨਾਂ ਦੀ ਗੱਲ ਕਰੀਏ, ਉਹਨਾਂ ਨੇ ਵੀ ਆਪਣੀ ਸਾਰੀ ਉਮਰ ਜਿਹੜੀ ਹੈਗੀ ਆ ਉਹ ਇੰਨਾ ਹੀ ਕਾਰਜਾਂ 'ਚ ਲਾਈ ਆ। ਕਿਤੇ ਵੀ ਜਿੱਥੇ ਸਮਾਜ 'ਚ ਉਹਨਾਂ ਨੂੰ ਕੋਈ ਲੱਗਾ ਕਿ ਇੱਥੇ ਆ ਗਲਤ ਹੋ ਰਿਹਾ, ਉਹਨਾਂ ਹਮੇਸ਼ਾ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਅਤੇ ਇਹ ਸੋਚ ਆਪਾਂ ਇਹਨਾਂ ਜਿਹੜੀਆਂ ਕਹਿ ਲਓ ਤੁਸੀਂ ਸਿੱਖਿਆਵਾਂ ਨਾਲ ਆਪਾਂ ਵੱਡੇ ਹੋਏ ਹਾਂ, ਅਤੇ ਉੱਥੇ ਰਹਿੰਦਿਆਂ ਅਸੀਂ ਇਹ ਦੇਖਿਆ। ਅਤੇ ਹਮੇਸ਼ਾ ਦੇਖੋ, ਚਲੋ ਅਸੀਂ ਇੱਥੇ ਚੰਗੇ ਮੁਲਕ 'ਚ ਆ ਗਏ ਹਾਂ, ਪਰ ਕੁਛ ਕ੍ਰਿਤੀਆਂ ਇੱਥੇ ਵੀ ਆ ਗਈਆਂ, ਕੁਛ ਇੱਥੇ ਵੀ ਇਹੋ ਜਿਹੀਆਂ ਚੀਜ਼ਾਂ ਹੈ ਨੇ ਜਿਨ੍ਹਾਂ ਦੇ ਉੱਤੇ ਕੰਮ ਕਰਨ ਦੀ ਲੋੜ ਹੈ।
ਤੇ ਮੈਨੂੰ ਹਮੇਸ਼ਾ ਆਪਣੇ ਪਰਿਵਾਰ ਤੋਂ ਹੀ ਪ੍ਰੇਰਨਾ ਮਿਲੀ ਹੈ ਕਿ ਆਪਾਂ ਉਹ ਚੰਗੇ ਕੰਮਾਂ ਲਈ ਰਹੀਏ। ਤੇ ਉਹ 95% ਜਿਹੜੀ ਹੈਗੀ ਆ ਵੀ ਜਿਹੜੇ ਸਿਆਸਤ 'ਚ ਆ ਕੇ ਆਪ ਸਿਆਸਤਦਾਨ ਇਹੋ ਜਿਹੇ ਬਣ ਜਾਂਦੇ ਨੇ ਕਿ ਗੱਲਾਂ ਹੋਰ ਨੇ ਤੇ ਕੰਮ ਹੋਰ ਨੇ, ਉਹਨਾਂ ਵਰਗੇ ਨਾ ਬਣੀਏ। ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਜਿਹੜੀ ਸੋਚ ਨਾਲ ਤੁਰੇ ਹਾਂ ਇਹਨੂੰ ਅੱਗੇ ਤੱਕ ਲੈ ਕੇ ਜੀ। ਬਹੁਤ ਵਧੀਆ ਆਪਣੇ ਹੁਨਰ। ਮੈਂ ਆਪਣੇ ਦਰਸ਼ਕਾਂ ਦੀ ਜਾਣਕਾਰੀ ਦੀ ਦੱਸ ਦੇਣਾ ਵੈਸੇ ਚਾਹੁੰਦਾ ਹਾਂ ਕਿ ਹੁਨਰ ਦੇ ਜਿਹੜੇ ਪਰਿਵਾਰਕ ਪਿਛੋਕੜ ਹੈ, ਜਿਵੇਂ ਉਹਨਾਂ ਦੱਸਿਆ ਕਿ ਸਾਡੇ ਦਾਦਾ ਜੀ ਲੰਬਾ ਸਮਾਂ ਸਰਬਸੰਮਤੀ ਨਾਲ 3 ਪਿੰਡਾਂ ਦੇ ਸਰਪੰਚ ਬਣਦੇ ਰਹੇ। ਉਹਨਾਂ ਤੋਂ ਬਾਅਦ ਇਹਨਾਂ ਦਾ ਸਾਰਾ ਪਰਿਵਾਰ ਜਿਹੜੇ ਸਰਦਾਰ ਮਲੂਕ ਸਿੰਘ ਨੇ, ਅਨੂਪ ਸਿੰਘ, ਡਾਕਟਰ ਅਨੂਪ ਸਿੰਘ ਨੂੰ ਸਾਹਿਤਕ ਹਲਕਿਆਂ 'ਚ ਸਾਰੇ ਹੀ ਲੋਕ ਜਾਣਦੇ ਨੇ। ਬੜੇ ਵਧੀਆ ਕਿਰਦਾਰ ਔਰ ਵਧੀਆ ਆਪਣੀ ਸ਼ਖਸੀਅਤ ਦੇ ਮਾਲਕ ਨੇ। ਸਰਦਾਰ ਰੂਪ ਸਿੰਘ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਲੰਬਾ ਸਮਾਂ ਰਹੇ ਨੇ, ਮੈਨੇਜਰ ਵੀ ਰਹੇ ਨੇ ਗੁਰਦੁਆਰਾ ਦਰਬਾਰ ਸਾਹਿਬ ਦੇ, ਔਰ ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਸਕੱਤਰ ਵੀ ਰਹੇ ਨੇ। ਸੋ ਉਸ ਪਰਿਵਾਰ ਦਾ ਜਿਹੜਾ ਪਿਛੋਕੜ ਹੈ ਉਹ ਬਿਲਕੁਲ ਸਾਫ਼ ਸੁਥਰਾ ਅਕਸ ਹੈ ਉਹਨਾਂ ਦਾ। ਤੇ ਸਾਨੂੰ ਉਮੀਦ ਹੈ ਕਿ ਹੁਨਰ ਵੀ ਅੱਗੇ ਜਾ ਕੇ ਆਪਣੇ ਪਰਿਵਾਰ ਦੀਆਂ ਪੈੜਾਂ 'ਤੇ ਚੱਲਦੇ ਹੋਏ, ਜਿਹੜਾ ਜਿਸ ਤਰ੍ਹਾਂ ਉਹ ਕਹਿ ਰਹੇ ਨੇ, ਵਾਅਦਾ ਕਰ ਰਹੇ ਨੇ ਕਿ ਅਸੀਂ ਉਸ ਤਰ੍ਹਾਂ ਦਾ ਹੀ ਮਾਹੌਲ ਸਿਰਜਾਂਗੇ ਔਰ ਉੱਤੇ ਪਹਿਰਾ ਦੇਵਾਂਗੇ ਜਿਹੜੇ ਸਾਨੂੰ ਵੱਡਿਆਂ ਤੋਂ ਸਿੱਖਿਆਵਾਂ ਮਿਲੀਆਂ। ਸੋ ਬਹੁਤ ਖੁਸ਼ੀ ਹੋਈ ਤੁਹਾਡੀ ਇਹ ਗੱਲ ਸੁਣ ਕੇ ਵੀ ਤੁਸੀਂ ਪਰਿਵਾਰ ਨੂੰ, ਕਿਉਂਕਿ ਇਹਨਾਂ ਮੁਲਕਾਂ ਦੇ ਵਿੱਚ ਪਰਿਵਾਰ ਨੂੰ ਨਹੀਂ ਤਰਜੀਹ ਨਹੀਂ ਦਿੱਤੀ ਜਾਂਦੀ, ਇੰਡੀਵਿਜੂਅਲਿਜ਼ਮ ਬਹੁਤ ਹਾਵੀ ਆ। ਅਤੇ ਤੁਸੀਂ ਇਸ ਕਲਚਰ ਨੂੰ ਜਾਂ ਉਸ ਸੱਭਿਆਚਾਰ ਨੂੰ ਪਛਾਣਦੇ ਹੋ ਕਿ ਸਾਡੇ ਮਾਪਿਆਂ ਦੀ ਦਿੱਤੀ ਹੋਈ ਸਿੱਖਿਆ ਜਿਹੜੀ ਆ ਉਹ ਧੁਰ ਸਾਡੇ ਅਖੀਰ ਤੱਕ ਨਾਲ ਰਹਿੰਦੀ ਆ। ਸੋ ਚੰਗਾ ਲੱਗਿਆ ਤੁਹਾਡੇ ਨਾਲ ਇਹ ਗੱਲ ਕਰਕੇ। ਅੱਛਾ, ਹੁਣ ਕੈਲੇਡਨ ਦਾ ਜੇ ਆਪਾਂ ਥੋੜ੍ਹੀ ਜਿਹਾ ਗੱਲ ਕਰੀਏ, ਡੈਮੋਗ੍ਰਾਫਿਕ ਫੈਕਟਰ ਤੁਸੀਂ ਖੜੇ ਹੋਣ ਤੋਂ ਪਹਿਲਾਂ ਦੇਖਿਆ ਹੋਊਗਾ, ਕਿਸ ਤਰ੍ਹਾਂ ਦਾ ਲੱਗਦਾ ਤੁਹਾਨੂੰ ਕਿ ਆਪਾਂ ਇੱਕ ਇੱਦਾਂ ਦਾ ਇਮੇਜ ਬਿਲਟ ਕਰ ਲਾਂਗੇ ਕਿ ਗੋਰੇ ਕਾਲੇ ਦੂਜੇ ਜਿਹੜੇ ਆ ਉਹ ਆਪਣੇ ਭਾਈਚਾਰੇ ਤੋਂ ਉੱਪਰ ਉੱਠ ਕੇ ਸਾਡੇ ਨਾਲ ਤੁਰਨ, ਜਾਂ ਅਸੀਂ ਕਈ ਵਾਰ ਕਿਸੇ ਸ਼ਖਸੀਅਤ ਨੂੰ ਵੇਖ ਕੇ ਤੁਰਦੇ ਹਾਂ, ਯਾਰ ਆਪਣੇ ਬੰਦੇ ਨੂੰ ਛੱਡੋ, ਸਾਨੂੰ ਤਾਂ ਚੰਗਾ ਬੰਦਾ ਚਾਹੀਦਾ ਆਪਣੀ ਵਾਰਡ ਦੀ ਕੋਈ ਕੰਮ ਕਰਨਾ। ਤੁਸੀਂ ਹੁਣ ਪਿਛਲੇ ਲੰਬੇ ਸਮੇਂ ਤੋਂ ਕੰਮ ਕਰ ਰਹੇ, ਮੈਨੂੰ ਪਤਾ ਤੁਸੀਂ 8-9 ਮਹੀਨਿਆਂ ਤੋਂ ਮੁਹਿੰਮ ਸ਼ੁਰੂ ਕੀਤੀ ਹੋਈ ਆ, ਔਰ ਹੁਣ ਡੋਰ ਟੂ ਡੋਰ ਜਾਣ ਦਾ ਸਮਾਂ ਆ ਗਿਆ, ਲੋਕਾਂ ਨਾਲ ਸਿੱਧਾ ਕੰਟੈਕਟ ਕਰਨ ਦਾ ਸਮਾਂ ਆ ਗਿਆ, ਕੰਮ ਤੁਸੀਂ ਕਰ ਰਹੇ ਹੋ। ਤੁਹਾਨੂੰ ਕਿਸ ਤਰ੍ਹਾਂ ਲੱਗਿਆ ਵੀ ਇਹ ਵਾਰਡ ਜਿਹੜੀ ਆ ਇੱਥੇ ਖੜੇ ਹੋਣਾ ਬਿਹਤਰ ਹੈ? ਕਿ ਡੈਮੋਗ੍ਰਾਫਿਕ ਫੈਕਟਰ ਵੇਖਿਆ ਜਾਂ ਕੁਝ ਹੋਰ ਕਾਰਨ ਸੀਗੇ ਤੁਹਾਨੂੰ ਉਹ ਚੁਣਨ ਦੇ? ਗਿੱਲ ਸਾਹਿਬ, ਉੱਦਾਂ ਤਾਂ ਇੱਕ ਮਿਊਨਿਸਪਲ ਚੋਣਾਂ ਦੇ ਵਿੱਚ ਇੱਕ ਪ੍ਰੋਵੀਜ਼ਨ ਹੈਗੀ ਆ ਕਿ ਐਜ਼ ਲੌਂਗ ਐਜ਼ ਅਸੀਂ ਸਿਟੀ ਜਾਂ ਟਾਊਨ ਦੀਆਂ ਹੱਦਾਂ 'ਚ ਕਿਤੇ ਵੀ ਰਹਿ ਰਹੇ, ਅਸੀਂ ਕਿਸੇ ਵੀ ਵਾਰਡ ਤੋਂ ਚੋਣ ਲੜ ਸਕਦੇ ਹਾਂ। ਪਰ ਮੈਂ ਇਹ ਸਮਝਦਾ ਕਿ ਬੰਦਾ ਜਿੱਥੇ ਰਹਿੰਦਾ ਆ ਉਹਨੂੰ ਉੱਥੋਂ ਚੋਣ ਲੜਨੀ ਚਾਹੀਦੀ ਹੈ, ਕਿਉਂਕਿ ਉਸ ਏਰੀਆ ਦੇ ਜਿਹੜੇ ਮਸਲੇ ਅਸੀਂ ਬਿਹਤਰ ਸਮਝਦੇ ਹਾਂ, ਉੱਥੇ ਰਹਿੰਦੇ ਹੋਇਆ ਉੱਥੋਂ ਦੇ ਵਸਨੀਕ ਹੁੰਦੇ ਆ ਜੀ। ਸੋ ਮੈਂ ਵਾਰਡ 2 ਤੋਂ ਪਿਛਲੇ ਲੰਮੇ ਸਮੇਂ ਤੋਂ ਰਹਿ ਰਿਹਾ, ਸਾਡਾ 8ਵਾਂ ਸਾਲ ਆ ਜੀ, ਅਸੀਂ ਉੱਥੇ ਹੀ ਰਹਿ ਰਹੇ ਹਾਂ। ਤੇ ਵਾਰਡ 2 ਦੇ ਵਿੱਚ ਅਸੀਂ ਰਹਿੰਦੇ ਹਾਂ, ਬੜੇ ਉੱਥੇ ਇਹੋ ਜਿਹੇ ਮਸਲੇ ਫੇਸ ਕੀਤੇ, ਤੇ ਉਹ ਮਸਲੇ ਅਸੀਂ ਦੋਨਾਂ ਤਰੀਕਿਆਂ ਨਾਲ ਇਹ ਕਹਿ ਸਕਦੇ ਹਾਂ ਵੀ ਐਜ਼ ਅ ਕਮਿਊਨਿਟੀ, ਐਜ਼ ਅ ਕੈਨੇਡੀਅਨ ਕਮਿਊਨਿਟੀ ਵੀ ਫੇਸ ਕੀਤੇ, ਤੇ ਐਜ਼ ਅ ਸਾਊਥ ਏਸ਼ੀਅਨ ਸਿੱਖ ਪੰਜਾਬੀ ਕਮਿਊਨਿਟੀ ਵੀ ਫੇਸ ਕੀਤੇ ਆ। ਤੇ ਉਹ ਜਦੋਂ ਮਸਲਿਆਂ ਦੀ ਸੁਣਵਾਈ ਨਹੀਂ ਹੁੰਦੀ, ਤੇ ਫਿਰ ਅਸੀਂ ਇਹ ਆਪਣਾ ਇਹ ਸੋਚਿਆ ਵੀ ਆਪਾਂ ਇੱਥੋਂ ਹੀ ਚੋਣ ਲੜਨੀ ਆ। ਤੇ ਜਿਹੜੀ ਸਪੋਰਟ ਦੀ ਗੱਲ ਆ ਜੀ, ਜਦੋਂ ਅਸੀਂ ਡੋਰਸ 'ਤੇ ਜਾਂਦੇ ਹਾਂ, ਜਦੋਂ ਅਸੀਂ ਲੋਕਾਂ ਦੇ ਹਿੱਤਾਂ ਦੀ ਗੱਲ ਕਰਾਂਗੇ ਨਾ, ਉਹ ਸਕਿਨ ਕਲਰ ਨਹੀਂ ਦੇਖਦੇ ਜੀ। ਉਹ ਇੱਕ ਬਾਹਰੋਂ ਭਰਮ ਭਾਵ ਬਣਾਇਆ ਜਾਂਦਾ ਆ ਕਿ ਨਹੀਂ ਜੀ ਸਾਨੂੰ ਬਰਾਊਨਸ ਨਾਲ ਜਾਂ ਕਿਸੇ ਵੀ ਹੋਰ ਕਮਿਊਨਿਟੀ ਨਾਲ ਰੇਸਿਜ਼ਮ ਹੁੰਦਾ, ਕੁਝ ਹੁੰਦਾ ਆ, ਅਸੀਂ ਇਹ ਨਹੀਂ ਕਹਿੰਦੇ ਹੁੰਦਾ, ਅਸੀਂ ਉਹਨੂੰ ਵੀ ਇੱਕ ਫਿਕਸ ਕਰਨ ਦਾ ਯਤਨ ਕਰਾਂਗੇ। ਪਰ ਐਟ ਦਾ ਸੇਮ ਟਾਈਮ ਲੋਕ ਐਟ ਦਾ ਐਂਡ ਆਫ ਦਾ ਡੇ ਚਾਹੁੰਦੇ ਨੇ ਕਿ ਕੋਈ ਵਾਰਡ ਨੂੰ ਚੰਗੇ ਪਾਸੇ, ਕੋਈ ਕੈਲੇਡਨ ਨੂੰ ਚੰਗੇ ਪਾਸੇ ਲੈ ਕੇ ਜਾਣ ਵਾਲਾ ਜਿਹੜਾ ਬੰਦਾ ਆ ਉਹ ਆਏ, ਨਾ ਕਿ ਉਹ ਜਿਹੜੇ ਚੁਣਾਵੀ ਵਾਅਦੇ ਕਰਦੇ। ਬਿਲਕੁਲ, ਮੈਂ ਡੈਮੋਗ੍ਰਾਫਿਕ ਫੈਕਟਰ ਦੀ ਤਾਂ ਗੱਲ ਕਰ ਰਿਹਾ ਸੀਗਾ ਕਿ ਬਹੁਤ ਸਾਰਾ ਪ੍ਰਭਾਵ ਦਿੱਤਾ ਜਾਂਦਾ ਹੈ ਕਿ ਜਿਹੜਾ ਬਰੈਂਪਟਨ ਆ, ਇਹਦੇ ਵਿੱਚ ਸਾਡੀ ਜਿਹੜੀ ਸਾਊਥ ਏਸ਼ੀਅਨ ਭਾਈਚਾਰਾ ਇਹਦੀ ਕਾਫੀ ਜ਼ਿਆਦਾ ਵਸੋਂ ਆ, ਅਤੇ ਬਹੁਤ ਸਾਰੇ ਕੈਂਡੀਡੇਟ ਇਹ ਸੋਚ ਕੇ ਖੜੇ ਹੋ ਜਾਂਦੇ ਆ ਕਿ ਕੋਈ ਨਹੀਂ, ਆਪਣੇ ਲੋਕ ਨੇ, ਕਿਸੇ ਨੇ ਤਾਂ ਇੱਕ ਨੇ ਜਿੱਤਣਾ ਹੀ ਆ। ਤੁਸੀਂ ਕੈਲੇਡਨ 'ਚ ਗਏ ਹੋ, ਕੈਲੇਡਨ ਦਾ ਥੋੜ੍ਹਾ ਜਿਹਾ ਅਲੱਗ ਡੈਮੋਗ੍ਰਾਫਿਕ ਫੈਕਟਰ ਵੀ ਆ, ਔਰ ਉਹਨੂੰ ਅਜੇ ਤੱਕ ਅਸੀਂ ਕਹਿੰਦੇ ਗੋਰਿਆਂ ਦਾ ਸ਼ਹਿਰ ਹੀ ਆ ਜਾਂ ਗੋਰਿਆਂ ਦਾ ਹੀ ਏਰੀਆ ਆ, ਕਿਉਂਕਿ ਅਸੀਂ ਜਾ ਰਹੇ ਹਾਂ ਉੱਥੇ, ਹੌਲੀ ਹੌਲੀ ਸਾਡੇ ਲੋਕ ਜਾ ਰਹੇ ਨੇ ਉਸ ਪਾਸੇ ਨੂੰ, ਕਿਉਂਕਿ ਬਰੈਂਪਟਨ ਦੀਆਂ ਸੀਮਾਵਾਂ ਤਾਂ ਹੁਣ ਖਤਮ ਹੋ ਗਈਆਂ, ਅੱਗੇ ਜਾਣਾ ਹੀ ਆ। ਤੁਹਾਨੂੰ ਕੀ ਲੱਗਦਾ ਹੈ ਕਿ ਕੈਲੇਡਨ ਦੀਆਂ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਨੇ? ਜਿਹੜਾ ਸਾਡਾ ਇਹ ਸ਼ਹਿਰ ਹੈ ਬਰੈਂਪਟਨ, ਇਹਦੇ ਬਾਰੇ ਤਾਂ ਆਪਾਂ ਸਾਰੇ ਜਾਣਦੇ, ਇਹਦੇ ਨਾਲੋਂ ਕਿੱਦਾਂ ਵੱਖਰੀਆਂ ਨੇ, ਅਤੇ ਕਿਹੋ ਜਿਹੀਆਂ ਸਮੱਸਿਆਵਾਂ ਜਿਹੜੀਆਂ ਇਮੀਡੀਏਟਲੀ ਤੁਹਾਨੂੰ ਲੱਗਦਾ ਕਿ ਇਹਨਾਂ ਨੂੰ ਅਸੀਂ ਫੇਸ ਕਰ ਰਹੇ ਹਾਂ ਅਤੇ ਉਹਨਾਂ ਨੂੰ ਸੁਧਾਰਨਾ ਚਾਹੀਦਾ? ਜਿਵੇਂ ਕਿ ਤੁਸੀਂ ਜ਼ਿਕਰ ਕੀਤਾ ਕਿ ਕੈਲੇਡਨ ਜਿਹੜਾ ਹੈਗਾ ਹੁਣ ਉਹ ਗਰੋ ਕਰ ਰਿਹਾ, ਬਰੈਂਪਟਨ ਇੱਕ ਆਪਣੀ ਪੀਕ ਰੀਚ ਕਰ ਚੁੱਕਿਆ ਜੀ, ਜਿਹਦੇ ਵਿੱਚ ਕੰਸਟਰਕਸ਼ਨ ਲਈ ਨਵੀਂ ਜਗ੍ਹਾ ਰਹਿ ਨਹੀਂ ਗਈ, ਚਾਹੇ ਉਹ ਆਪਾਂ ਰੈਜ਼ੀਡੈਂਸ਼ੀਅਲ ਹੋਏ ਜਾਂ ਕਮਰਸ਼ੀਅਲ ਹੋਏ। ਕੈਲੇਡਨ ਦਾ ਦੂਸਰੇ ਬੰਨੇ ਹੈ ਕਿ ਅਸੀਂ ਅਜੇ ਆਪਣੀ ਸ਼ੁਰੂਆਤੀ ਦੌਰ 'ਚ ਹਾਂ, ਜਿੱਥੇ ਅਜੇ ਕੰਸਟਰਕਸ਼ਨ ਆਉਣੀ ਆ, ਪਾਪੂਲੇਸ਼ਨ ਆਉਣੀ ਆ। ਅੱਜ ਦੀ ਤਰੀਕ 'ਚ ਕੈਲੇਡਨ, ਇੱਕ ਤਾਂ ਕੈਲੇਡਨ ਮੈਂ ਦੱਸ ਦੇਣਾ ਚਾਹੁੰਦਾ ਵੀ ਕੈਲੇਡਨ ਦਾ ਸਾਈਜ਼ ਬਹੁਤ ਵੱਡਾ ਜੀ, ਮਿਸਾਗਾ ਅਤੇ ਬਰੈਂਪਟਨ ਨੂੰ ਮਿਲਾ ਕੇ ਵੀ ਕੈਲੇਡਨ ਦਾ ਸਾਈਜ਼ ਵੱਡਾ ਹੈ ਏਰੀਆ ਵਾਈਜ਼, ਪਰ ਪਾਪੂਲੇਸ਼ਨ ਸਾਡੀ ਸਿਰਫ ਤੇ ਸਿਰਫ 75,000 ਆ ਪੂਰੇ ਕੈਲੇਡਨ ਦੀ।
ਤੇ ਸਾਡੀ ਵਾਰਡ ਦੀ ਜੇ ਗੱਲ ਕਰੀਏ ਉਹ 'ਚ 15,000 ਸਾਡੀ ਪਾਪੂਲੇਸ਼ਨ ਆ ਜੀ। ਤੇ ਉਹਦੇ 'ਚ ਬੜਾ ਵਧੀਆ ਮਿਕਸ ਆ ਆਪਣੀਆਂ ਸਾਰੀਆਂ ਕਮਿਊਨਿਟੀਜ਼ ਦਾ, ਸਾਰੀਆਂ ਐਥਨੀਸਿਟੀਜ਼ ਦਾ। ਸਾਊਥ ਏਸ਼ੀਅਨਸ ਉੱਥੇ ਹੁਣ ਪ੍ਰੋਡੋਮੀਨੈਂਟਲੀ ਉੱਥੇ ਸਾਊਥ ਏਸ਼ੀਅਨਸ ਨੇ ਵਾਰਡ 2 'ਚ। ਤੇ ਇਹ ਵੀ ਇੱਕ ਅਸੀਂ ਸਮਝਦੇ ਹਾਂ ਵੀ ਇੱਕ ਮੇਜਰ ਕਾਰਨ ਰਿਹਾ ਕਿ ਅੱਗੇ ਜਾਣ ਦਾ, ਆਪਣਾ ਨਾਂ ਪਾਉਣ ਦਾ। ਕਿਉਂਕਿ ਜਦੋਂ ਵੀ ਕੋਈ ਵੀ, ਇਹ ਨਹੀਂ ਕਿ ਸਾਊਥ ਏਸ਼ੀਅਨਸ, ਕੋਈ ਵੀ ਕਮਿਊਨਿਟੀ ਕਿਤੇ ਬਹੁਤਾਤ 'ਚ ਹੁੰਦੀ ਆ ਤੇ ਉਹਨਾਂ ਦੇ ਜਿਹੜੇ ਮਸਲੇ ਨੇ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਉਹਨਾਂ ਦਾ ਨੁਮਾਇੰਦਾ ਬਿਹਤਰ ਸਮਝ ਸਕਦਾ ਹੈ, ਕਿਉਂਕਿ ਉਹਨਾਂ ਨੇ ਉਸ ਪਰਿਵਾਰਾਂ 'ਚ ਅਸੀਂ ਜੰਮੇ ਪਲੇ ਹਾਂ। ਅਸੀਂ ਉਸ ਸਮੱਸਿਆਵਾਂ ਆਪ ਜਦੋਂ ਫਸਟ ਹੈਂਡ ਫੇਸ ਕਰਦੇ ਹਾਂ, ਉਹ ਸਾਨੂੰ ਅੱਗੇ ਸਾਨੂੰ ਉਹਨਾਂ ਨੂੰ ਲੈ ਕੇ ਜਾਣਾ ਸਾਡੇ ਲਈ ਸੌਖਾ ਆ, ਰਾਦਰ ਦੈਨ ਅਸੀਂ ਕਿਸੇ ਨੂੰ ਪਹਿਲਾਂ ਸਾਰੀ ਬੈਕਗਰਾਊਂਡ ਦੱਸਾਂਗੇ, ਉਹਨਾਂ ਦੇ ਕਾਰਨ ਦੱਸਾਂਗੇ ਵੀ ਇਹ ਸਮੱਸਿਆਵਾਂ ਇਹ ਕਮਿਊਨਿਟੀ ਪਰਟੀਕੂਲਰ ਕਿਉਂ ਫੇਸ ਕਰਦੀ ਹੈ। ਜੇ ਤੁਹਾਨੂੰ ਮੈਂ ਛੋਟੀ ਜਿਹੀ ਇੱਕ ਐਗਜ਼ਾਮਪਲ ਦੇਵਾਂ ਕਿ ਜਦੋਂ ਕੈਰੇਡਨ ਡਿਵੈਲਪ ਹੁੰਦਾ ਆ ਤੇ ਉੱਥੇ ਘਰ ਤਾਂ ਬਹੁਤ ਵੱਡੇ ਬਣਾਏ ਗਏ, 4 ਬੈਡਰੂਮ 5 ਬੈਡਰੂਮ ਡਿਟੈਚ ਘਰ, ਪਰ ਘਰਾਂ ਦੇ ਅੱਗੇ ਪਾਰਕਿੰਗ ਰੱਖੀ ਗਈ ਜੀ 2 ਕਾਰਾਂ ਦੀ। ਉਹਦਾ ਕਾਰਨ ਇਹ ਸੀਗਾ ਕਿ ਉਹਨਾਂ ਨੇ ਆਪਣੇ ਨਜ਼ਰੀਏ ਤੋਂ ਇਹਨੂੰ ਦੇਖਿਆ ਕਿ ਸਾਡੇ ਨਾ ਤਾਂ ਬੱਚੇ ਉਹਨਾਂ ਦੇ 16-18 ਸਾਲਾਂ ਤੋਂ ਬਾਅਦ ਉਹਨਾਂ ਦੇ ਨਾਲ ਰਹਿੰਦੇ ਤੇ ਬਜ਼ੁਰਗ ਤਾਂ ਚਲੋ ਉਹਨਾਂ ਦੇ ਨਾਲ ਰਹਿੰਦੇ ਨੇ। ਵੇਅਰਐਜ਼ ਅਸੀਂ ਸਾਊਥ ਏਸ਼ੀਅਨ ਕਮਿਊਨਿਟੀ ਸਿਟੀ ਨੇ ਜਦੋਂ ਅਪਰੂਵ ਕੀਤਾ ਉਹ ਆਪਣੀ ਇੱਕ ਸਬ ਡਿਵੀਜ਼ਨ, ਤੇ ਉਹਨਾਂ ਨੇ ਇਹ ਕੰਸੀਡਰੇਸ਼ਨ ਰੱਖੀ ਕਿ ਬਿਲਡਰ ਦਾ ਪ੍ਰੈਸ਼ਰ ਹੁੰਦਾ ਹਮੇਸ਼ਾ ਕਿ ਬਿਲਡਰ ਆਪਣੇ ਹਿਸਾਬ ਨਾਲ ਕਿ ਜ਼ਮੀਨ ਘੱਟ ਹੋਵੇ। ਅਨਫੋਰਚੂਨੇਟਲੀ ਜਿਹੜਾ ਕੈਲਡਨ ਆ, ਕਿਉਂਕਿ ਉੱਥੇ ਗਰੋਥ ਹੋਣੀ ਆ, ਕੈਲਡਨ ਦਾ ਜਿਹੜਾ ਬਹੁਤਾ ਜਿਹੜਾ ਚਲਾਇਆ ਜਾ ਰਿਹਾ ਉਹ ਬਿਹਾਈਂਡ ਦਾ ਸੀਨਸ ਬਿਲਡਰ ਚਲਾ ਰਹੇ ਨੇ। ਸੋ ਆਪਾਂ ਇਹ ਚੀਜ਼ ਨੂੰ ਚੇਂਜ ਕਰਨਾ ਆ। ਕਿਉਂਕਿ ਕੈਲਡਨ ਜਾਂ ਕੋਈ ਵੀ ਡੈਮੋਕ੍ਰੇਸੀ ਆ ਉਹ ਰੈਜ਼ੀਡੈਂਟਸ ਹੀ ਚਲਾਉਂਦੇ ਨੇ ਤੇ ਰੈਜ਼ੀਡੈਂਟਸ ਨੂੰ ਹੀ ਚਲਾਉਣੀ ਚਾਹੀਦੀ ਹੈ। ਤੇ ਪਰ ਅਨਫੋਰਚੂਨੇਟਲੀ ਆਪਾਂ ਇਹ ਕਹੀਏ ਕਿ ਹੁਣ ਇੱਥੇ ਬਿਲਡਰਸ ਦਾ ਪ੍ਰਭਾਵ ਬਹੁਤ ਜ਼ਿਆਦਾ ਹੈ। ਜਿਹੜਾ ਸਿਟਿੰਗ ਕਾਉਂਸਲ ਆ ਉਹਨਾਂ ਨੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਨਾ ਸਮਝਦੇ ਹੋਏ ਬਿਲਡਰਸ ਨੂੰ ਪਹਿਲਾਂ ਤਰਜੀਹ ਦੇ ਕੇ ਉਹਨਾਂ ਦੇ ਹਿਸਾਬ ਨਾਲ ਆਪਣਾ ਟਾਊਨ ਸੋ ਫਾਰ ਪਲਾਨ ਕੀਤਾ। ਤੇ ਇਹ ਚੀਜ਼ ਇੱਥੇ ਜੇ ਰੋਕ ਲਈਏ ਅਜੇ ਸਾਡੇ ਕੋਲ ਸਮਾਂ ਹੈ, ਕਿਉਂਕਿ ਅਜੇ ਗਰੋਥ ਦਾ ਜਿਹੜਾ ਇਨੀਸ਼ੀਅਲ ਫੇਜ਼ ਹੈ। ਜਦੋਂ ਆਪਾਂ ਹੁਣ ਅਗਲਿਆਂ 2 ਟਰਮ ਜਿਹੜੇ ਕਾਉਂਸਲ ਦੀ ਹੈਗੀ ਹੈ ਉਹਨੇ ਅਗਲੇ 30 ਸਾਲ ਦੀ ਗਰੋਥ ਦਾ ਜਿਹੜਾ ਹੈਗਾ ਉਹ ਕਰਨਾ ਪਲਾਨ। ਤੇ ਜੇ ਆਪਾਂ ਅੱਜ ਉਹਨੂੰ ਚੰਗੀ ਤਰ੍ਹਾਂ ਪਲਾਨ ਨਹੀਂ ਕਰਦੇ ਤੇ ਅਸੀਂ ਇਹਦਾ ਰਿਜ਼ਲਟ 30 ਸਾਲਾਂ ਬਾਅਦ ਦੇਖਾਂਗੇ ਤੇ ਉਦੋਂ ਸਾਨੂੰ ਕਿਤੇ ਨਾ ਕਿਤੇ ਪਛਤਾਵਾ ਹੋਵੇਗਾ ਕਿ ਅਸੀਂ ਉਦੋਂ ਚੰਗੇ ਚਿਹਰੇ ਕਿਉਂ ਨਹੀਂ ਚੁਣ ਕੇ ਭੇਜੇ ਜਿਨ੍ਹਾਂ ਦੀ ਕੋਈ ਪੋਲੀਟੀਕਲ ਅਲਾਈਅੰਸ ਨਹੀਂ, ਜਿਨ੍ਹਾਂ ਨੂੰ ਕੋਈ ਬਿਲਡਰਸ ਵੱਲੋਂ ਕੋਈ ਉਹਨਾਂ ਦਾ ਬਿਹਾਈਂਡ ਦਾ ਸੀਨਸ ਉਹਨਾਂ ਨੂੰ ਕੰਟਰੋਲ ਨਹੀਂ ਕਰ ਰਹੇ। ਲੋਕਾਂ ਦੀ ਸਰਕਾਰ ਹੋਵੇ ਜਿਹੜੀ ਲੋਕਾਂ ਦੇ ਹਿੱਤਾਂ ਲਈ ਗੱਲ ਕਰੇ। ਸੋ ਅਸੀਂ ਇਹ ਚਾਹੁੰਦੇ ਹਾਂ ਤੇ ਅਸੀਂ ਰੈਜ਼ੀਡੈਂਟਸ ਨੂੰ ਵੀ ਇਹੀ ਅਪੀਲ ਕਰ ਰਹੇ ਹਾਂ ਕਿ ਤੁਸੀਂ ਆਪਣੇ ਕੈਂਡੀਡੇਟਸ ਨੂੰ ਇੰਟਰਵਿਊ ਕਰੋ। ਤੁਹਾਡੇ ਡੋਰ 'ਤੇ ਆਉਂਦੇ ਨੇ, ਤੁਹਾਡੇ ਸਵਾਲ ਤਿਆਰ ਹੋਣੇ ਚਾਹੀਦੇ ਨੇ ਕਿ ਤੁਸੀਂ ਦੱਸੋ ਵੀ ਤੁਹਾਡੀ ਪੋਲੀਟੀਕਲ ਅਲਾਈਅੰਸ ਕੀ ਆ, ਕਿ ਤੁਸੀਂ ਬਿਲਕੁਲ ਜੋ ਕਿ ਕਾਉਂਸਲ 'ਚ ਹੁੰਦਾ ਕਿ ਬਿਨਾਂ ਕਿਸੇ ਪੋਲੀਟੀਕਲ ਅਲਾਈਅੰਸ ਤੋਂ ਆ ਰਹੇ ਹੋ, ਕਿ ਤੁਹਾਡੇ ਮਗਰ ਕਿਸੇ ਹੋਰ ਦਾ ਥਾਪੜਾ ਆ ਤਾਂ ਤੁਸੀਂ ਸਿਰਫ ਇੱਕ ਫੇਸ ਹੀ ਹੋਗੇ। ਆਪਾਂ ਦੇਖ ਰਹੇ ਹਾਂ ਬਰੈਂਪਟਨ 'ਚ ਮੇਅਰ ਲਈ 6 ਕੈਂਡੀਡੇਟ ਖੜੇ ਆ, ਔਰ ਹੈਰਾਨੀ ਵਾਲੀ ਗੱਲ ਹੈ ਕਿ ਇੱਕ ਹੀ ਪਾਰਟੀ ਦੇ 3 ਕੈਂਡੀਡੇਟ। ਪਤਾ ਨਹੀਂ ਰਾਤੋਂ ਰਾਤ ਲੋਕ ਸਿਆਸੀ ਤੋਂ ਗੈਰ ਸਿਆਸੀ ਕਿੱਦਾਂ ਹੋ ਜਾਂਦੇ ਆ ਜਦੋਂ ਕਿਹਾ ਜਾਂਦਾ। ਚਲੋ ਆ ਵੱਖਰਾ ਵਿਸ਼ਾ। ਹੋਰ ਕਿਹੜੀ ਇਸ ਤਰ੍ਹਾਂ ਦੀ ਕੈਲੇਡਨ ਦੀ ਸਮੱਸਿਆ ਵਾ ਜਿਹੜੀਆਂ ਇਹ ਸਿਟੀ ਫੇਸ ਨਹੀਂ ਕਰਦੇ, ਜਿਹੜੇ ਪਹਿਲਾਂ ਡਿਵੈਲਪ ਹੋ ਗਏ ਆ, ਜਿੱਦਾਂ ਬਰੈਂਪਟਨ ਆ, ਮਿਸੀਸਾਗਾ ਆ ਜਾਂ ਕੁਝ ਹੋਰ। ਕੈਲੇਡਨ ਕਿਉਂਕਿ ਨਵਾਂ ਡਿਵੈਲਪ ਹੋ ਰਿਹਾ, ਜਿਵੇਂ ਤੁਸੀਂ ਕਹਿ ਹੀ ਰਹੇ ਹੋ, ਤੇ ਉਹਦੀਆਂ ਨਵਾਂ ਡਿਵੈਲਪਮੈਂਟ ਦੀਆਂ ਆਪਣੀਆਂ ਸਮੱਸਿਆਵਾਂ ਹੁੰਦੀਆਂ, ਉੱਥੋਂ ਦੀ ਟ੍ਰੈਫਿਕ ਦਾ ਜਾਂ ਉੱਥੋਂ ਦਾ ਕੁਝ ਹੋਰ। ਇੱਕ ਹਾਈਵੇ ਦੀ ਬੜੀ ਚਰਚਾ ਲੰਬੇ ਸਮੇਂ ਤੋਂ ਉੱਥੇ ਚੱਲਦੀ ਆ ਕਿ ਇੱਕ ਹਾਈਵੇ ਨਿਕਲਣਾ ਉਸ ਏਰੀਏ 'ਚੋਂ, ਜਿਹੜੇ ਲੋਕਲ ਲੋਕ ਨੇ ਉਹਦਾ ਸ਼ਾਇਦ ਉਹ ਨਹੀਂ ਉਹਨੂੰ ਲਾਈਕ ਕਰ ਰਹੇ। ਤੁਸੀਂ ਉਹ ਸਾਰੀਆਂ ਚੀਜ਼ਾਂ ਨੂੰ ਕਿੱਦਾਂ ਦੇਖਦੇ ਹੋ? ਕਿਹੜੀਆਂ ਹੋਰ ਸਮੱਸਿਆਵਾਂ ਤੁਹਾਡੇ ਜੇਨ 'ਚ ਨੇ ਜਿਹੜੀਆਂ ਅੱਗੇ ਚੱਲ ਕੇ ਤੁਹਾਨੂੰ ਫੇਸ ਕਰਨੀਆਂ ਪੈ ਸਕਦੀਆਂ ਆਪਣੀ ਵਾਰਡ ਤੋਂ ਅੱਗੇ ਵੱਲ ਕੇ? ਜਦੋਂ ਤੁਸੀਂ ਪੂਰੇ ਸਿਟੀ ਦੀ ਗੱਲ ਕਰਨੀ ਆ ਤੇ ਤੁਹਾਨੂੰ ਹੋਰ ਕਿਹੜੀਆਂ ਚੀਜ਼ਾਂ ਦੀ ਉੱਥੇ ਕਮੀ ਲੱਗਦੀ ਆ ਜਿਹੜੀਆਂ ਇਮੀਡੀਏਟਲੀ ਤੁਸੀਂ ਚਾਹੁੰਦੇ ਹੋ ਕਿ ਦੂਰ ਕਰਨੀਆਂ ਪੈਣਗੀਆਂ? ਗਿੱਲ ਸਾਹਿਬ, ਇਹ ਤੁਸੀਂ ਬੜੀ ਵਧੀਆ ਗੱਲ ਕੀਤੀ। ਅਕਸਰ ਅਸੀਂ ਸੋਚਦੇ ਹਾਂ ਵੀ ਜੇ ਕੋਈ ਬੰਦਾ ਵਾਰਡ ਤੋਂ ਜਾ ਰਿਹਾ ਉਹ ਇਕੱਲੇ ਵਾਰਡ ਦੀ ਗੱਲ ਨਹੀਂ ਕਰਦੇ ਆਪਾਂ। ਸਾਡਾ ਬਰੈਂਪਟਨ ਦਾ ਕੈਲੇਡਨ ਦਾ 9 ਜਾਣਿਆਂ ਦਾ ਕੌਂਸਲ ਆ ਤੇ 9 ਜਾਣਿਆਂ ਦੇ ਕੌਂਸਲ ਦੇ ਵਿੱਚ 6 ਸਾਡੇ ਜਿਹੜੇ ਹੈਗੇ ਨੇ ਵਾਰਡ ਕਾਉਂਸਲਰ ਆਉਣਗੇ ਤੇ 2 ਰੀਜਨਲ ਕਾਉਂਸਲਰ ਆਉਣੇ ਤੇ 1 ਮੇਅਰ। ਠੀਕ ਹੈ ਜੀ। ਤੇ ਇਹਨਾਂ ਦੀ 1 ਪਰਸਨ 1 ਵੋਟ ਹੁੰਦੀ ਆ। ਇਹਦੇ 'ਚ ਕੋਈ ਉਦੋਂ ਇਹ ਨਹੀਂ ਹੁੰਦਾ ਅਸੀਂ ਵਾਰਡ 2 ਦੇ ਮੁੱਦੇ ਤਾਂ ਅੱਗੇ ਲੈ ਕੇ ਜਾਵਾਂਗੇ, ਉੱਥੋਂ ਦੇ ਅਸੀਂ ਵਸਨੀਕ ਹੋਣ ਦੇ ਨਾਤੇ ਜਿਹੜੇ ਉਹ ਮੁੱਦੇ ਅਸੀਂ ਸਮਝਦੇ ਹਾਂ ਉੱਥੋਂ ਦੇ ਵੀ ਅੱਗੇ ਜਾਣੇ ਚਾਹੀਦੇ ਆ। ਐਟ ਦਾ ਸੇਮ ਟਾਈਮ ਕੈਲੇਡਨ ਐਜ਼ ਆ ਹੋਲ, ਆਪਣਾ ਪੂਰੇ ਟਾਊਨ ਦੀ ਜਿਹੜੀ ਗਰੋਥ ਆ ਉਹਦੇ ਵਿੱਚ ਵੀ ਸਾਡੀ ਇਕੁਅਲ ਸੇ ਹੁੰਦੀ ਆ। ਉਹਦੇ 'ਚ ਜਿਹੜੇ ਤੁਸੀਂ ਮੁੱਦਿਆਂ ਦੀ ਗੱਲ ਕੀਤੀ ਆ, ਟ੍ਰੈਫਿਕ ਸਾਡੇ ਆਲਰੇਡੀ ਬਹੁਤ ਵੱਡੀ ਸਮੱਸਿਆ ਬਣ ਚੁੱਕੀ ਹੈ। ਵਾਰਡ 2 ਜਿਹੜੀ ਸਾਊਥ ਫੀਲਡਸ ਉੱਥੇ ਕਮਿਊਨਿਟੀ ਆ, ਉੱਥੇ ਜਦੋਂ ਅਸੀਂ ਦੇਖਦੇ ਹਾਂ ਕਿ ਇੰਨੀ ਉਹ ਮਤਲਬ ਕਿ ਵਧੀਆ ਸੋਹਣੀ ਵੱਡੀ ਕਮਿਊਨਿਟੀ ਬਣ ਚੁੱਕੀ ਆ, ਇੱਕ ਵੱਡੀ ਸਬ ਡਿਵੀਜ਼ਨ ਆ, ਪਰ ਜੇ ਉਹਦਾ ਇਨ ਐਂਡ ਆਊਟ ਦੇਖਿਆ ਜਾਏ ਤਾਂ ਇੱਕੋ ਸੜਕ ਤੋਂ ਆ, ਕੈਨੇਡੀ ਰੋਡ ਤੋਂ। ਜਦ ਕਿ ਇਹਨਾਂ ਨੂੰ ਚਾਹੀਦਾ ਸੀਗਾ ਕਿ ਪਲਾਨਸ 'ਚ ਪਹਿਲਾਂ ਪਾਇਆ ਜਾਏ ਕਿ ਜਿਹੜੀਆਂ 2 ਪੈਰਲਲ ਸੜਕਾਂ ਚੱਲਦੀਆਂ ਨੇ ਉੱਥੋਂ ਵੀ ਉਹਨਾਂ ਦੇ ਐਗਜ਼ਿਟ ਹੋਣ ਤਾਂ ਕਿ ਟ੍ਰੈਫਿਕ ਦਾ ਜਿਹੜਾ ਸਾਰਾ ਭਾਰ ਆ ਡਿਵਾਈਡ ਹੋ ਜੇ। ਬਿਲਕੁਲ ਜੀ, ਇੱਕੋ ਸਟਰੀਟ 'ਤੇ ਨਾ ਆਵੇ।
ਸੋ ਇਹ ਸਮੱਸਿਆ ਉੱਥੋਂ ਦੇ ਰੈਜ਼ੀਡੈਂਟ ਫੇਸ ਕਰ ਰਹੇ ਨੇ। 3-3 4-4 ਵਾਰੀਆਂ 'ਚ ਕਈ ਵਾਰੀ ਖੱਬੇ ਮੁੜਨ ਦੀ ਵਾਰੀ ਆਉਂਦੀ ਹੈ ਸਾਡੇ ਉੱਥੇ। ਦੂਸਰਾ, ਪਲੈਨਿੰਗ ਤੋਂ ਇਲਾਵਾ, ਟ੍ਰੈਫਿਕ ਤੋਂ ਇਲਾਵਾ, ਜੇ ਆਪਾਂ ਦੇਖੀਏ ਹੁਣ ਕ੍ਰਾਈਮ ਵੀ ਰਾਈਜ਼ 'ਤੇ ਹੈ। ਜੋ ਕੋਈ ਵੀ ਸ਼ਹਿਰ ਗਰੋ ਕਰਦਾ ਆ ਉਹਦੇ ਨਾਲ ਕੁਝ ਸਮੱਸਿਆਵਾਂ ਉਹ ਨਾਲ ਆਉਂਦੀਆਂ ਨੇ ਵੱਡੇ ਸ਼ਹਿਰਾਂ ਵਾਲੀਆਂ। ਸਾਡੇ ਉੱਥੇ ਕਾਰ ਥੈਫਟ ਕਾਫੀ ਹੁਣ ਸੁਣਨ 'ਚ ਆ ਗਿਆ। ਸਾਡੇ ਉੱਤੇ ਸਪੀਡਿੰਗ ਇਸ਼ੂ ਇੱਕ ਬਹੁਤ ਮੇਜਰ ਆ। ਅਤੇ ਇੱਕ ਗੱਲ ਮੈਂ ਇੱਥੇ ਇਹ ਦੱਸਣਾ ਚਾਹੂੰਗਾ ਕਿ ਜਦੋਂ ਤੁਸੀਂ ਡੋਰ ਨੌਕ ਕਰ ਰਹੇ ਹੋ, ਲਗਭਗ ਹਰ ਦੂਜੇ ਤੀਜੇ ਘਰ ਨੇ ਜਿਹੜੇ ਡੋਰਬੈਲ ਕੈਮਰਾ ਜਾਂ ਜਿਹੜੇ ਡਰਾਈਵੇ ਕੈਮਰਾਜ਼ ਲਵਾ ਲਏ ਨੇ। ਜਦ ਕਿ ਅਸੀਂ ਇਹ ਦੇਖਦੇ ਹੁੰਦੇ ਸੀ ਪਹਿਲਾਂ ਕਿ ਕੈਨੇਡਾ 'ਚ ਲੋਕ ਆਪਣਾ ਡੋਰ ਲੌਕ ਤੱਕ ਨਹੀਂ ਸੀ ਕਰਦੇ। ਇੱਕ ਭਰੋਸਾ ਸੀਗਾ, ਇੱਕ ਆਲੇ ਦੁਆਲੇ 'ਤੇ ਇੱਕ ਸ਼ਾਂਤੀਪੂਰਵਕ ਮਾਹੌਲ ਸੀਗਾ। ਉਹ ਚੀਜ਼ਾਂ ਬਦਲ ਰਹੀਆਂ ਨੇ ਅਤੇ ਇਹ ਚੀਜ਼ਾਂ ਇੰਨੀਆਂ ਤੇਜ਼ੀ ਨਾਲ ਬਦਲ ਰਹੀਆਂ ਵੀ ਜੇ ਅਸੀਂ ਇਹਨਾਂ ਨੂੰ ਹੁਣ ਠੱਲ ਨਾ ਪਾਈ ਤੇ ਇੱਥੋਂ ਵੀ ਲੋਕਾਂ ਨੇ ਭੱਜ ਕੇ ਜਾਣਾ ਆ। ਜਿੱਦਾਂ ਲੋਕ ਪਹਿਲਾਂ ਭੱਜ ਕੇ, ਆਪਾਂ ਪੰਜਾਬ ਤੋਂ ਆਏ ਆ, ਆਪਾਂ ਪੰਜਾਬ ਤੋਂ ਵੱਡੇ ਸ਼ਹਿਰਾਂ 'ਚ ਆਉਂਦੇ ਆ, ਬਰੈਂਪਟਨ ਆ, ਸਰੀ ਆ, ਫਿਰ ਉਸ ਤੋਂ ਬਾਅਦ ਅਸੀਂ ਹੁਣ ਜਿੱਦਾਂ ਅਸੀਂ ਬਰੈਂਪਟਨ ਤੋਂ ਰਹਿੰਦੇ ਕੈਲੇਡਨ ਗਏ ਅਤੇ ਹੁਣ ਕੈਲੇਡਨ ਤੋਂ ਬਾਅਦ ਫਿਰ ਅਗਲੇ ਸ਼ਹਿਰ ਦੇਖਣੇ ਸ਼ੁਰੂ ਕਰ ਦੇਣੇ ਆ ਜੇ ਅਗਲੀਆਂ ਜਿਹੜੀਆਂ 2 ਟਰਮਸ ਆ ਕੌਂਸਲ ਦੀਆਂ ਉਹਨਾਂ ਨੇ ਇਮਾਨਦਾਰੀ ਨਾਲ ਆਪਣਾ ਫਰਜ਼ ਨਾ ਨਿਭਾਇਆ। ਅੱਛਾ, ਕੈਲੇਡਨ ਦਾ ਸਿਟੀ ਦਾ ਸਟਰਕਚਰ ਕੁਝ ਅਲੱਗ ਤਰ੍ਹਾਂ ਦਾ, ਅਜੇ ਤੱਕ ਵੀ ਉੱਥੇ ਫਾਰਮ ਹਾਊਸ ਦਾ ਬਹੁਤ ਕਲਚਰ ਹੈ। ਜਿਹੜੇ ਨੇੜੇ ਤੇੜੇ ਵੀ ਆ ਉੱਥੇ ਅਜੇ ਫਾਰਮ ਹਾਊਸ ਸਾਨੂੰ ਦਿਖਦੇ ਆ, ਘਰ ਨੇ, 10 ਏਕੜ ਜ਼ਮੀਨ ਹੈ, 20 ਏਕੜ ਜ਼ਮੀਨ ਹੈ। ਜੇ ਹੋਰ ਥੋੜ੍ਹਾ ਇੰਟੀਰੀਅਰ ਚੱਲ ਜਾਈਏ ਤਾਂ ਹੋਰ ਵੱਡੇ ਫਾਰਮ ਹਾਊਸ ਨੇ। ਉਹਨਾਂ ਦੀ ਸਿਕਿਉਰਿਟੀ ਜਿੱਦਾਂ ਤੁਸੀਂ ਕਹਿ ਰਹੇ ਹੋ ਫਾਰਮ ਹਾਊਸ ਦੇ ਵਿੱਚ, ਕਿਉਂਕਿ ਕੈਨੇਡਾ ਨੂੰ ਬੜਾ ਪੀਸਫੁਲ ਕੰਟਰੀ ਮੰਨਿਆ ਜਾਂਦਾ, ਕੋਈ ਬੰਦਾ ਡਰਦਾ ਹੀ ਨਹੀਂ। ਮੈਂ ਕੈਲੇਡਨ ਵਾਲੇ ਇਲਾਕੇ 'ਚ ਵੇਖਿਆ ਹੈ ਜਾ ਕੇ, ਪਿੱਛੇ ਜਾ ਕੇ ਜੰਗਲ 'ਚ ਘਰ ਨੇ ਅਤੇ ਆਰਾਮ ਨਾਲ ਲੋਕ ਰਹਿ ਰਹੇ ਆ। ਉੱਥੇ ਇੱਕ ਮੈਂਬਰ ਆ, ਕਈ ਵਾਰ ਕੋਈ ਬਜ਼ੁਰਗ ਕਪਲ ਹੀ ਰਹਿ ਰਿਹਾ ਹੁੰਦਾ ਅਤੇ ਇੱਦਾਂ ਦੀ ਕੋਈ ਭਾਵਨਾ ਨਹੀਂ ਸੀ। ਹੁਣ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਕਈ ਤਰ੍ਹਾਂ ਦੀਆਂ ਉੱਥੇ ਥ੍ਰੈਟ ਆਉਣੀਆਂ ਸ਼ੁਰੂ ਹੋ ਗਈਆਂ, ਕਾਰਾਂ ਖੋਹਣ ਦਾ ਕੰਮ ਸ਼ੁਰੂ ਹੋ ਗਿਆ, ਜਾਂ ਕੋਈ ਚੋਰੀਆਂ ਦਾ ਕੰਮ ਜੇ ਤਾਂ ਲੱਗਦਾ ਹੋਵੇ ਇਸ ਤਰ੍ਹਾਂ ਹੋ ਗਿਆ। ਅਤੇ ਇਹ ਚੀਜ਼ਾਂ ਜਿਹੜੀਆਂ ਨੇ ਇਹਦੇ ਲਈ ਤੁਸੀਂ ਕਿਸ ਤਰ੍ਹਾਂ ਦਾ ਮਤਲਬ ਪ੍ਰਬੰਧ ਚਾਹੁੰਦੇ ਹੋ ਕਿ ਪੁਲਿਸ ਦੀ ਇਨਫੋਰਸਮੈਂਟ ਜ਼ਿਆਦਾ ਹੋਵੇ, ਸਿਕਿਉਰਿਟੀ ਵਾਸਤੇ ਕਿਸ ਤਰ੍ਹਾਂ ਦਾ ਕੰਮ ਜਿਹੜਾ ਕੀਤਾ ਜਾ ਸਕਦਾ ਉੱਥੇ? ਗਿੱਲ ਸਾਹਿਬ, ਇਹਦੇ 'ਚ ਇੱਕੋ ਹੱਲ ਨਹੀਂ ਕੀਤਾ ਜਾ ਸਕਦਾ। ਇਹ 'ਚ ਸਾਨੂੰ ਕਾਫੀ, ਕਿਉਂਕਿ ਸਕੈਟਰਡ ਆ ਏਰੀਆ, ਜੇ ਤੇ ਕੋਈ ਮਹੱਲਾ ਇੱਕ ਸਬ ਡਿਵੀਜ਼ਨ ਆ ਉਹਦੇ ਲਈ ਕੰਟਰੋਲ ਕਰਨਾ ਸੌਖਾ ਹੈ। ਜਿਹੜਾ ਹੁਣ ਸਕੈਟਰਡ ਏਰੀਆ ਜਿਵੇਂ ਤੁਸੀਂ ਦੱਸਿਆ ਹੀ ਆ ਕਿ ਏਰੀਆ ਵਾਈਜ਼ ਅਸੀਂ ਡਬਲ ਆ ਪਰ ਆਬਾਦੀ ਦੇ ਪੱਖ ਤੋਂ ਹੀ ਬਹੁਤ ਛੋੜੇ ਆ। ਸੋ ਉਹ ਜਿਹੜੀਆਂ ਚੀਜ਼ਾਂ ਨੇ, ਦੂਰ ਦੂਰ ਬੈਠੇ ਹੋਏ ਲੋਕ ਘਰ ਨੇ, ਫਾਰਮ ਹਾਊਸ ਦਾ ਕੰਸੈਪਟ ਆ, ਉਹਦੇ ਲਈ ਤੁਸੀਂ ਜਿਹੜਾ ਮਤਲਬ ਇਹਦਾ ਕਿਸ ਤਰੀਕੇ ਨਾਲ ਉਹਨੂੰ ਵਾਚ ਕਰਨ ਦਾ ਕੋਈ ਸੋਚ ਰਹੇ ਹੋ? ਇਹਦੇ 'ਚ ਸਾਨੂੰ ਕਾਫੀ ਫੈਕਟਰਸ ਜਿਹੜੇ ਹੈਗੇ ਆ ਉਹਨਾਂ ਨੂੰ ਕੰਸੀਡਰ ਕਰਨਾ ਪੈਣਾ ਹੈ। ਇਕੱਲਾ ਪੁਲਿਸ ਦੀ ਜਿਹੜੀ ਪ੍ਰੈਜ਼ੈਂਸ ਹੈ ਉਹ ਵਧਾਉਣਾ ਇੱਕ ਆਨਸਰ ਨਹੀਂ ਹੈਗਾ। ਰੈਜ਼ੀਡੈਂਟਸ ਦੀ ਜਿਹੜੀ ਜਾਗਰੂਕਤਾ ਹੈ ਉਹ ਵੀ ਇੱਕ ਬੜਾ ਅਹਿਮ ਰੋਲ ਨਿਭਾਉਂਦੀ ਹੈ ਇਹਦੇ 'ਚ। ਰੈਜ਼ੀਡੈਂਟਸ ਨੂੰ ਉਹਨਾਂ ਦੇ ਹੱਕਾਂ ਦੀ ਸਮਝ ਹੋਣੀ ਚਾਹੀਦੀ ਹੈ। ਰੈਜ਼ੀਡੈਂਟਸ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜੇ ਅਸੀਂ ਕੋਈ ਅਣਪਛਾਤੀ ਕਾਰ ਦੇਖਦੇ ਹਾਂ, ਕੋਈ ਸਸਪੀਸ਼ੀਅਸ ਐਕਟੀਵਿਟੀ ਦੇਖਦੇ ਹਾਂ, ਕਿਹਨੂੰ ਰਿਪੋਰਟ ਕਰਨਾ ਹੈ। ਸੋ ਇਹਦੇ 'ਚ ਸਾਡੇ ਮਲਟੀਟਿਊਡ ਜਿਹੜੇ ਫੈਕਟਰਸ ਨੇ ਨਾ ਉਹ ਪਲੇ 'ਚ ਹੈਗੇ ਨੇ, ਜਿਵੇਂ ਕਿ ਨੇਬਰਹੁੱਡ ਵਾਚ ਗਰੁੱਪਸ ਨੇ। ਓਬਵੀਅਸਲੀ ਪੁਲਿਸ ਪ੍ਰੈਜ਼ੈਂਸ ਜਿਹੜੀ ਹੈਗੀ ਆ ਉਹ ਹਮੇਸ਼ਾ ਜਦੋਂ ਸਿਟੀ ਗਰੋ ਕਰਦੀ ਆ ਉਹ ਜੇ ਵਧੇਗੀ ਤਾਂ ਉਹਦੇ 'ਚ ਉਹਦਾ ਬੈਨੀਫੀਸ਼ੀਅਲ ਹੀ ਹੋਏਗਾ। ਕਿਉਂਕਿ ਜਿਹੜਾ ਬਿਲਕੁਲ ਇਹ ਲੱਗਣਾ, ਕੈਲੇਡਨ ਇੱਕ ਡੰਪਿੰਗ ਗਰਾਊਂਡ ਵੀ ਬਣ ਚੁੱਕਿਆ ਆ ਬਰੈਂਪਟਨ ਦੇ ਹੋਰ ਨੇੜਲੇ ਸ਼ਹਿਰਾਂ ਦੇ ਕ੍ਰਾਈਮ ਦਾ। ਅਸੀਂ ਅਕਸਰ ਦੇਖਦੇ ਹਾਂ ਕਿ ਕ੍ਰਾਈਮ ਓਰੀਜਨੇਟ ਬਰੈਂਪਟਨ ਜਾਂ ਜਿਹੜੇ ਲਾਗੇ ਸ਼ਾਗੇ ਦੇ ਸ਼ਹਿਰ ਆ ਉਹਨਾਂ 'ਚ ਹੁੰਦਾ ਆ ਅਤੇ ਉਹ ਡੰਪਿੰਗ ਗਰਾਊਂਡ ਬਣ ਜਾਂਦੀ ਆ ਸਾਡੇ ਕੈਲੇਡਨ। ਜਾਂ ਇਹ ਦੇਖ ਸਕਦੇ ਹਾਂ ਆਪਾਂ ਕਿ ਹੁਣ ਇੱਥੋਂ ਜਿਹੜੇ ਨੌਜਵਾਨ ਬੱਚੇ ਨੇ ਉਹ ਜਦੋਂ ਕੈਲੇਡਨ ਆਣ ਕੇ ਦੇਖਦੇ ਨੇ ਵੀ ਖੁੱਲ੍ਹੀਆਂ ਸੜਕਾਂ 'ਤੇ ਪੁਲਿਸ ਘੱਟ ਆ, ਫਿਰ ਉੱਥੇ ਸਪੀਡਿੰਗ ਵੀ ਕਰਦੇ ਨੇ। ਉੱਥੇ ਉਹ ਇਹ ਸਮੱਸਿਆਵਾਂ, ਤੁਹਾਡੇ ਕਹਿਣ ਦਾ ਭਾਵ ਆ ਡੰਪਿੰਗ ਗਰਾਊਂਡ ਕਹਿਣ ਦਾ ਮਤਲਬ ਕਿ ਸਿਟੀ 'ਚ ਰਹਿੰਦੇ ਲੋਕ ਕਿਤੇ ਨੇ ਕ੍ਰਾਈਮ ਦਾ ਏਰੀਆ ਉਹਨੂੰ ਬਣਾ ਦਿੰਦੇ। ਕ੍ਰਾਈਮ ਦਾ ਏਰੀਆ ਇਸ ਕਰਕੇ ਬਣ ਜਾਂਦਾ ਕਿਉਂਕਿ ਏਰੀਆ ਬਹੁਤ ਵੱਡਾ ਹੋਣ ਕਰਕੇ ਉਹਦੇ 'ਚ ਕਾਫੀ ਇਹੋ ਜਿਹੀਆਂ ਥਾਵਾਂ ਨੇ ਜਿੱਥੇ ਅਜੇ ਤੱਕ ਤੁਸੀਂ ਹੁਣ ਵੀ ਜਾ ਕੇ ਦੇਖੋ ਤੁਹਾਨੂੰ ਉੱਥੇ ਲਾਗੇ ਛਾਗੇ ਕੋਈ ਵੀ ਨਹੀਂ ਮਿਲੇਗਾ। ਅਤੇ ਫਿਰ ਉਹ ਜਿਹੜਾ ਸ਼ੈਤਾਨੀ ਦਿਮਾਗ ਆ, ਪੁੱਠਾ ਦਿਮਾਗ ਆ, ਉਹ ਇਹੋ ਜਿਹੀਆਂ ਜਗ੍ਹਾ ਥੋੜ੍ਹੀਆਂ ਲੱਭਦੇ ਵੀ ਨੇ ਕਈ ਵਾਰੀ। ਸੋ ਇਹਦੇ ਆਪਾਂ ਨੂੰ ਰੈਜ਼ੀਡੈਂਟਸ ਨੂੰ ਨਾਲ ਲੈ ਕੇ ਅਤੇ ਹਰ ਇੱਕ ਫੀਲਡ ਦੇ ਐਕਸਪਰਟਸ ਹੁੰਦੇ ਨੇ ਜੀ, ਉਹਦੇ 'ਚ ਆਪਾਂ ਐਕਸਪਰਟਸ ਦੀ ਸਲਾਹ ਲੈ ਕੇ ਵੀ ਹਾਂਜੀ ਇਹਦਾ ਕੀ ਹੱਲ ਕੀਤਾ ਜਾ ਸਕਦਾ ਆ। ਕੀ ਇਹਦਾ ਹੱਲ ਇੱਥੇ ਕੈਮਰਾ ਲਾ ਕੇ ਹੋਏਗਾ, ਕਿ ਇਹਦਾ ਇੱਥੇ ਪੁਲਿਸ ਦੇ ਕਰੂਜ਼ਰ ਲਾਇਆ ਹੋਏਗਾ, ਜਾਂ ਰੈਜ਼ੀਡੈਂਟਸ ਦੇ ਗਰੁੱਪ ਦੇ ਐਕਟਿਵ ਹੋਇਆ ਹੋਏਗਾ, ਜਾਂ ਮੇਰੇ ਖਿਆਲ ਨਾਲ ਜਦੋਂ ਅਸੀਂ ਰੈਜ਼ੀਡੈਂਟਸ ਦੇ ਵਿੱਚ ਵਿਚਰਾਂਗੇ ਅਤੇ ਸਾਨੂੰ ਹੋਰ ਕਾਫੀ ਆਈਡੀਆਜ਼ ਆਉਣਗੇ। ਪਰ ਇਹਦੇ ਲਈ ਜਿਹੜਾ ਕਮਿਊਨੀਕੇਸ਼ਨ ਆ ਉਹਨੂੰ ਓਪਨ ਕਰਨਾ ਬਹੁਤ ਜ਼ਰੂਰੀ ਆ। ਅਕਸਰ ਅਸੀਂ ਦੇਖਦੇ ਹਾਂ ਕਿ ਜਿਹੜਾ ਕੋਈ ਵੀ ਪੋਲੀਟੀਕਲ ਆਫਿਸ ਬੰਦਾ ਹੋਲਡ ਕਰ ਰਿਹਾ ਹੈ ਉਹਨੂੰ ਇੱਕ ਸਕਿੱਲ ਸਿਰਫ ਜੇ ਉਹ ਮਾਸਟਰ ਕਰ ਲਏ ਤਾਂ ਬਹੁਤੇ ਮਸਲਿਆਂ ਦਾ ਹੱਲ ਹੋ ਜਾਂਦਾ। ਕਿਉਂਕਿ ਐਜ਼ ਅ ਇੰਡੀਵਿਜੂਅਲ ਅਸੀਂ ਬਹੁਤ ਜ਼ਿਆਦਾ ਖੇਤਰਾਂ 'ਚ ਐਕਸਪਰਟ ਨਹੀਂ ਹੋ ਸਕਦੇ। ਅਸੀਂ ਇੱਕ ਜਾਂ ਦੋ ਚੀਜ਼ਾਂ 'ਚ ਤਾਂ ਮਾਹਰ ਹੋ ਸਕਦੇ ਹਾਂ ਪਰ ਹਰ ਇੱਕ 'ਚ ਨਹੀਂ। ਪਰ ਇੱਕੋ ਇੱਕ ਜਿਹੜੀ ਜ਼ਿੰਮੇਵਾਰੀ ਬਣਦੀ ਆ ਕਿਸੇ ਵੀ ਇਲੈਕਟਡ ਰਿਪਰੈਜ਼ੈਂਟੇਟਿਵ ਦੀ ਕਿ ਤੁਸੀਂ ਕਮਿਊਨੀਕੇਟ ਕਰੋ। ਕਮਿਊਨੀਕੇਟ ਉਹਨਾਂ ਨੇ ਕਿੱਦਾਂ ਕਰਨਾ ਹੈ ਕਿ ਪਹਿਲਾਂ ਤਾਂ ਆਪਣੇ ਰੈਜ਼ੀਡੈਂਟਸ ਨਾਲ ਜਿਨ੍ਹਾਂ ਨੇ ਉਹਨਾਂ ਨੂੰ ਚੁਣ ਕੇ ਭੇਜਿਆ ਕਿ ਇਹ ਸਾਡੀਆਂ ਸਮੱਸਿਆਵਾਂ ਨੇ, ਇਹ ਉਹ ਫੇਸ ਕਰ ਰਹੇ ਨੇ
ਦੂਜਾ ਕਮਿਊਨੀਕੇਟ ਉਹਨਾਂ ਕਰਨਾ ਜਿਨ੍ਹਾਂ ਨੇ ਹੱਲ ਕਰਨੇ ਨੇ, ਚਾਹੇ ਉਹ ਪੁਲਿਸ ਚੀਫ ਹੋਣ, ਚਾਹੇ ਉਹ ਆਪਣਾ ਰੈਸਟ ਆਫ ਦਾ ਕਾਉਂਸਲ ਹੋਏ। ਸੋ ਗੱਲ ਇਹ ਆ ਕਿ ਇਹ ਦੋਨਾਂ ਦਾ ਜਿਹੜਾ ਕਨੈਕਸ਼ਨ ਆ ਉਹ ਰਾਈਟ ਨਾਓ ਸਾਡੇ ਕੈਲਡਨ ਦੇ ਵਿੱਚ ਮਿਸਿੰਗ ਆ। ਰੈਜ਼ੀਡੈਂਟਸ ਦਾ ਤੇ ਟਾਊਨ ਦੀ ਸਰਵਿਸਿਜ਼ ਦਾ ਉਹ ਕਨੈਕਸ਼ਨ ਮਿਸਿੰਗ ਹੋਣ ਕਰਕੇ ਇਹ ਜਿਹੜੇ ਵਿਗਾੜ ਆ ਰਹੇ ਨੇ। ਤੇ ਅਸੀਂ ਇਹੀ ਆਸ ਕਰਾਂਗੇ ਕਿ ਇਸ ਵਾਰੀ ਇੱਕ ਚੰਗਾ ਕਾਉਂਸਲ ਚੁਣਿਆ ਜਾਏ ਜਿਹਦੇ ਵਿੱਚ ਜਿਨ੍ਹਾਂ ਦੀ ਟਾਪ ਪ੍ਰਾਇੋਰਟੀ ਕਮਿਊਨੀਕੇਸ਼ਨ ਹੋਵੇ, ਕਿ ਦੋਨਾਂ ਧਿਰਾਂ ਦੀ ਗੱਲ ਇੱਕ ਦੂਜੇ ਤੱਕ ਪਹੁੰਚੇ ਤਾਂ ਕਿ ਅਸੀਂ ਉਹਨਾਂ ਦੇ ਸਾਰੂ ਹੱਲ ਕਰ ਸਕੀਏ। ਜੀ ਅੱਛਾ ਕਾਲੂ ਸਾਹਿਬ, ਹੁਣ ਤੁਸੀਂ ਲੋਕਾਂ ਨੂੰ ਮਿਲ ਰਹੇ ਹੋ ਲਗਾਤਾਰ ਕੁਝ ਸਮੇਂ ਤੋਂ, ਜਦੋਂ ਤੋਂ ਤੁਸੀਂ ਇਹ ਫੈਸਲਾ ਕੀਤਾ ਕਿ ਮੈਂ ਇਲੈਕਸ਼ਨ 'ਚ ਜਾਣਾ ਹੈ, ਕਿਸ ਤਰ੍ਹਾਂ ਦੇ ਕੁਐਸਚਨ ਫੇਸ ਕਰ ਰਹੇ ਹੋ? ਲੋਕ ਕੀ ਕਹਿੰਦੇ ਆ, ਕੀ ਚਾਹੁੰਦੇ ਆ ਤੁਹਾਡੇ ਕੋਲ, ਕਿਸ ਤਰ੍ਹਾਂ ਦੇ ਸਮੱਸਿਆਵਾਂ ਲੈ ਕੇ ਆਉਂਦੇ ਆ? ਕੋਈ ਮਤਲਬ ਤੁਹਾਨੂੰ ਲੱਗਦਾ ਹੈ ਕਿ ਜਿੱਦਾਂ ਦੀਆਂ ਸਮੱਸਿਆਵਾਂ ਆਮ ਕੈਨੇਡੀਅਨ ਦੀਆਂ ਨੇ ਉਹ ਨੇ, ਜਾਂ ਕੈਨੇਡੀਅਨ ਦੀਆਂ ਕੁਝ ਹਟ ਕੇ ਸਮੱਸਿਆਵਾਂ ਨੇ ਜਿਹੜੀਆਂ ਤੁਹਾਨੂੰ ਲੋਕ ਜਿਹੜੀਆਂ ਪਰਸਨਲ ਲੈਵਲ 'ਤੇ ਤੁਹਾਨੂੰ ਰੇਜ਼ ਕਰਦੇ ਆ ਜੋ ਤੁਸੀਂ ਉਹਨੂੰ ਮਿਲਦੇ ਹੋ? ਸਮੱਸਿਆਵਾਂ ਤਾਂ ਗੱਲ ਆਪਾਂ ਜ਼ਰੂਰ ਕਰਾਂਗੇ। ਉਸ ਤੋਂ ਪਹਿਲਾਂ ਲੋਕ ਇਸ ਗੱਲ ਤੋਂ ਖੁਸ਼ ਨੇ ਕਿ ਕੋਈ ਉਹਨਾਂ ਦੇ ਦਰਵਾਜ਼ੇ ਤੇ ਆ ਰਿਹਾ। ਮੈਂ ਪਿਛਲੇ 8 ਸਾਲ ਤੋਂ ਉੱਥੇ ਆਪ ਰਹਿੰਦਿਆਂ ਮਹਿਸੂਸ ਕੀਤਾ ਕਿ ਕੈਲਡਨ ਜਾਂ ਸਾਊਥਫੀਲਡ ਜਿਹੜੀ ਕਮਿਊਨਿਟੀ ਆ ਉਹਨੂੰ ਟੋਟਲੀ ਇਗਨੋਰ ਕੀਤਾ ਜਾਂਦਾ। ਪ੍ਰੋਵਿੰਸ਼ੀਅਲ, ਫੈਡਰਲ, ਮਿਊਨਿਸਪਲ ਇਲੈਕਸ਼ਨਾਂ ਹੁੰਦੀਆਂ ਨੇ, ਕੋਈ ਆਉਂਦਾ ਨਹੀਂ ਸਾਡੇ ਡੋਰ ਤੇ, ਠੀਕ ਹੈ ਜੀ। ਤੇ ਜਿਹੜੀਆਂ ਸਮੱਸਿਆਵਾਂ ਨੇ ਕੁਝ ਇੱਦਾਂ ਹੀ ਨੇ ਕਿ ਸਾਂਝੀਆਂ ਜੋ ਸਾਰੇ ਕੈਨੇਡੀਅਨਸ ਮਹਿਸੂਸ ਕਰਦੇ, ਮਿਨੋਰਟੀ ਕਰਕੇ, ਥੋੜੇ ਲੋਕ ਕਰਕੇ। ਇਹ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਵਾਈਟ ਜੋ ਉੱਥੇ ਵਸੋਂ ਜ਼ਿਆਦਾ ਅਜੇ ਫਿਲਹਾਲ ਤੇ ਉਹ ਸਮਝਦੇ ਆ ਕਿ ਇਹਨਾਂ ਨੂੰ ਕਹਿਣ ਦੀ ਲੋੜ ਨਹੀਂ ਆ, ਇੱਦਾਂ ਲੱਗਦਾ ਤੁਹਾਨੂੰ? ਦੂਜਾ ਰੋਖ ਆ ਜੀ ਉਹਦੇ 'ਚ, ਉਹਨਾਂ ਨੂੰ ਲੱਗਦਾ ਕਿ ਪੰਜਾਬੀ ਆ ਗਏ ਤੇ ਵੋਟ ਇਹਨਾਂ ਨੇ ਸਾਨੂੰ ਪਾਉਣੀ ਨਹੀਂ। ਤੇ ਉਹ ਇਸ ਕਰਕੇ ਕਹਿ ਰਿਹਾ ਕਿ ਇਹਨਾਂ ਨੂੰ ਇਗਨੋਰ ਕੀਤਾ ਹੀ ਚੰਗਾ ਹੈ, ਵੀ ਇਹਨਾਂ ਨੂੰ ਜੇ ਇਲੈਕਸ਼ਨਾਂ ਦਾ ਪਤਾ ਹੀ ਨਹੀਂ ਹੋਊਗਾ ਤੇ ਘੱਟੋ ਘੱਟ ਸਾਡੇ ਉਲਟ ਵੋਟ ਨਹੀਂ। ਹੁਣ ਕੌਣ ਨੇ ਕਾਉਂਸਲਰ ਤੁਹਾਡੀ ਵਾਰਡ 'ਚੋਂ? ਸਾਡੇ ਉੱਥੇ ਇਹੀ ਹੈ ਜੀ, ਅਨਫੋਰਚੂਨੇਟਲੀ ਜਿਹੜੇ ਸਾਡੇ ਸਿਟਿੰਗ ਕਾਉਂਸਲਰ ਨੇ, ਚਲੋ ਵਿਦਆਊਟ ਨੇਮਿੰਗ ਐਨੀ ਨੇਮਸ, ਹੈ ਨਾ, ਉਹਨਾਂ ਨੂੰ ਮੈਂ ਆਪ ਰੀਚ ਆਊਟ ਕੀਤਾ ਸਮੇਂ ਦਰ ਸਮੇਂ ਕਿ ਸਾਡੀਆਂ ਕੁਝ ਸਮੱਸਿਆਵਾਂ ਹੈਗੀਆਂ ਨੇ ਰੈਜ਼ੀਡੈਂਟਸ। ਨਹੀਂ ਹੁਣ ਤੁਸੀਂ ਪੋਲਿਟਿਕਸ 'ਚ ਖੁੱਲ੍ਹ ਕੇ ਨਾਂ ਲੈ ਸਕਦੇ ਹੋ। ਕਾਉਂਸਲਰ ਕਿਹੜੇ ਸਿਟਿੰਗ ਕਾਉਂਸਲਰ ਕੌਣ ਨੇ? ਉਹ ਕੀ ਹੁਣ ਵੀ ਉਹ ਤੁਹਾਡੇ ਨਾਲ ਫਾਈਟ 'ਚ ਹੈਗੇ ਨੇ? ਨਹੀਂ, ਹੁਣ ਉਹ ਮੇਰੇ ਨਾਲ ਡਾਇਰੈਕਟ ਫਾਈਟ 'ਚ ਨਹੀਂ ਹੈਗੇ। ਸੋ ਜਿਹੜਾ ਸਾਡਾ ਵਾਰਡ 2 ਦਾ ਸਿਟੀ ਕਾਉਂਸਲ ਲਈ ਜਾ ਰਹੇ ਹੋ, ਕੋਈ ਵੀ ਇਨਕੰਬੈਂਟ ਨਹੀਂ ਹੈਗਾ, ਅਸੀਂ ਸਾਰੇ ਨਵੇਂ ਆ। ਪਰ ਉਹਨਾਂ ਦਾ ਪ੍ਰਭਾਵ ਜ਼ਰੂਰ ਹੁੰਦਾ ਕਿਉਂਕਿ ਉਹ ਜਦੋਂ ਇੰਨਾ ਸਮਾਂ ਕੁਝ ਕੰਮ ਕਰ ਚੁੱਕੇ ਹੁੰਦੇ ਲੋਕਾਂ 'ਚ, ਉਹ ਸਿੱਧੇ ਰੋਕ ਨਹੀਂ ਤੇ ਟੇਢੇ ਤਰੀਕੇ ਨਾਲ ਆਪਣੀ ਇਨਫਲੂਐਂਸ ਕਿਸੇ ਨਾ ਕਿਸੇ ਤਰੀਕੇ ਪਾਉਣੀ ਚਾਹੁੰਦੇ ਆ ਜੀ। ਸੋ ਉਹਨਾਂ ਦਾ ਇਹੀ ਰਹੇਗਾ ਕਿ ਇਹ ਬੰਦੇ ਗਾਂਹ ਨਾ ਆਉਣ ਜਿਹੜੇ ਲੋਕਾਂ ਦੇ ਹਿੱਤਾਂ ਦੀ ਗੱਲ ਕਰਨਗੇ। ਇਹਨਾਂ ਨੇ ਆਣ ਕੇ ਕੱਲ੍ਹ ਨੂੰ ਬਿਲਡਰਸ ਨੂੰ ਤੰਗ ਕਰਨਾ ਹੈ ਕਿਉਂਕਿ ਉਹ ਪ੍ਰੋ ਬਿਲਡਰਸ ਨੇ, ਠੀਕ ਹੈ ਜੀ। ਉਹਨਾਂ ਨੇ ਕੁਝ ਇਹੋ ਜਿਹੇ ਵਾਅਦੇ ਕੀਤੇ ਹੋਏ ਨੇ, ਜਦੋਂ ਅਸੀਂ ਸਾਡੇ ਵਰਗੇ ਜਿਹੜੇ ਬੰਦੇ ਜਿਨ੍ਹਾਂ ਦੀ ਕੋਈ ਪ੍ਰਾਇਰ ਪੋਲੀਟੀਕਲ ਅਲਾਇੰਸ ਨਹੀਂ ਹੈਗੀ, ਜਦੋਂ ਅਸੀਂ ਉੱਥੇ ਜੇ ਜਿੱਤ ਕੇ ਸਾਨੂੰ ਲੋਕਾਂ ਨੇ ਉੱਥੇ ਪਹੁੰਚਾ ਦਿੱਤਾ ਤੇ ਅਸੀਂ ਉਹਨਾਂ ਲਈ ਅੜਿੱਕਾ ਬਣਨਾ ਹੈ ਕਿਉਂਕਿ ਅਸੀਂ ਲੋਕਾਂ ਦੀ ਆਵਾਜ਼ ਬੁਲੰਦ ਕਰਨੀ ਹੈ ਤੇ ਉਹ ਨਹੀਂ ਚਾਹਣਗੇ। ਸੋ ਹਰ ਜਿਹੜਾ ਕਹਿੰਦੇ ਵੀ ਹੀਲਾ ਵਸੀਲਾ ਹੁਣ ਵਰਤਣਗੇ ਕਿ ਇਹ ਬੰਦੇ ਗਾਂਹ ਨਾ ਆਉਣ ਕਿਤੇ, ਕਿਉਂਕਿ ਇਹਨਾਂ ਨੇ ਲੋਕਾਂ ਦੇ ਹਿੱਤਾਂ ਦੀਆਂ ਜਦੋਂ ਗੱਲਾਂ ਕਰਨੀਆਂ ਨੇ ਤੇ ਉਹਨਾਂ ਦੇ ਜਿਹੜੇ ਮਾਸਟਰਸ ਨੇ ਉਹਨਾਂ ਨੂੰ ਉਹ ਪੁੱਗਣੀਆਂ ਨੇ। ਦੁਬਾਰਾ ਗੱਲ ਆ ਗਈ ਉਸੇ ਤੇ ਕਿ ਬਿਲਡਰ ਮਾਫੀਆ ਜਿਹੜਾ ਆ ਉੱਥੇ ਕਾਫੀ ਜ਼ਿਆਦਾ ਹਾਵੀ ਲੱਗ ਰਿਹਾ। ਤੁਹਾਨੂੰ ਵੀ ਲੱਗ ਰਿਹਾ ਕਿ ਜਿਸ ਤਰੀਕੇ ਦੀ ਪਲਾਨਿੰਗ ਹੋ ਰਹੀ ਆ ਉਹ ਸਾਡੇ ਅਨੁਕੂਲ ਨਹੀਂ ਆ। ਹਰ ਘਰ 'ਚ 4-4 5-5 ਕਾਰਾਂ, ਜਿਵੇਂ ਤੁਸੀਂ ਪਹਿਲਾਂ ਹੀ ਕਿਹਾ ਕਿ ਡਰਾਈਵੇ ਸਿਰਫ 2 ਕਾਰਾਂ ਦਾ, ਤੇ ਕੰਜੈਸ਼ਨ ਇੰਨੀ ਹੋ ਜਾਣੀ ਆ ਫਿਰ ਸੜਕ 'ਤੇ ਖੜੀਆਂ ਗੱਡੀਆਂ ਤੇ ਰਸਤੇ ਅੱਗੇ ਨਹੀਂ ਹੈਗੇ। ਇਹ ਗੱਲ ਤੁਹਾਡੀ ਬਿਲਕੁਲ ਸਮਝ ਸਕਦਾ ਮੈਂ ਕਿ ਇੱਕ ਤਾਂ ਬਿਲਡਰ ਮਾਫੀਏ ਤੋਂ ਤੰਗ ਲੱਗਦੇ ਉੱਥੇ ਲੋਕ। ਹੋਰ ਕਿਹੜੀ ਚੀਜ਼ ਹੈ ਜਿਹੜੀ ਤੁਹਾਨੂੰ ਮਤਲਬ ਇਸ ਪਾਸੇ ਲੈ ਗਈ ਖਿੱਚ ਕੇ ਕਿ ਮੈਂ ਅਗਰ ਕਾਉਂਸਲਰ ਬਣਿਆ ਤਾਂ ਮੈਂ ਇਹ ਚੀਜ਼ ਚੇਂਜ ਕਰੂੰਗਾ? ਜਿਹੜਾ ਬਿਲਡਰ ਮਾਫੀਆ ਨਾ ਜੀ, ਉਹਦੇ ਨਾਲ ਇੱਕ ਮਸਲਾ ਨਹੀਂ ਆ, ਉਹਦੇ ਨਾਲ ਬਹੁਤ ਮਸਲੇ ਨੇ। 2-2 ਮਿਲੀਅਨ ਦੇ ਘਰ ਨੇ ਤੇ 2 ਬੰਦੇ ਦੋਵਾਂ ਘਰਾਂ ਦੇ ਵਿੱਚੋਂ ਇਕੱਠੇ ਨਹੀਂ ਲੰਘ ਸਕਦੇ, ਇੰਨੀ ਨਹੀਂ ਥਾਂ ਆ ਜੀ ਵਿੱਚ 2। ਸਪੇਸ ਬਹੁਤ ਘੱਟ ਰਹਿ ਗਈ ਅਟੈਚ ਘਰਾਂ ਦੇ। ਹਾਂ, ਉਹ ਏਸੀ ਲੱਗ ਜਾਂਦਾ ਤੇ ਲੰਘਣ ਜੋਗੀ ਰਸਤਾ ਨਹੀਂ ਰਹਿੰਦਾ। ਜਦ ਕਿ ਅਸੀਂ ਦੇਖਦੇ ਹਾਂ ਜਿਹੜੇ ਵੀ ਪੁਰਾਣੇ ਏਰੀਆ ਨੇ ਉਹਨਾਂ ਦੇ ਸੜਕਾਂ ਵੀ ਖੁੱਲੀਆਂ ਹੁੰਦੀਆਂ ਨੇ, ਭਾਵੇਂ ਤੁਸੀਂ 2 ਟਰੱਕ ਬਰਾਬਰ ਦੀ ਕੱਢ ਲਓ। ਸਾਡੇ ਕੈਲਡਨ 'ਚ ਕਈ ਸੜਕਾਂ ਇਹੋ ਜਿਹੀਆਂ 2 ਗੱਡੀਆਂ ਨਹੀਂ ਲੰਘਦੀਆਂ। ਐਟ ਦਾ ਸੇਮ ਟਾਈਮ ਜਿਹੜਾ ਟਾਊਨ ਹਾਊਸ ਬਣਾਈ ਜਾ ਰਹੇ ਨੇ, ਟਾਊਨ ਹਾਊਸ ਦੀ ਲੋੜ ਆ, ਠੀਕ ਆ, ਆਪਾਂ ਜੇ ਇਕਨੋਮਿਕਲੀ ਉਹਨੂੰ ਦੇਖਦੇ ਹੈਗੀ ਅਫੋਰਡੇਬਲ ਹਾਊਸ ਤੇ ਚਾਹੀਦੇ, ਅਫੋਰਡੇਬਲ ਹਾਊਸ ਚਾਹੀਦੇ ਆ, ਪਰ ਇਕੱਲੇ ਟਾਊਨ ਹਾਊਸ ਹੀ ਆਨਸਰ ਨਹੀਂ ਆ। ਸਾਡੇ ਵਾਰਡ 2 ਦੇ ਵਿੱਚ ਕੋਈ ਵੀ ਕਮਰਸ਼ੀਅਲ ਐਸਟੈਬਲਿਸ਼ਮੈਂਟ ਨਹੀਂ ਹੈਗੀ, ਇੱਕੋ ਇੱਕ ਪਲਾਜ਼ਾ ਜੀ। ਸੋ ਮੈਂ ਆਪਣੇ ਕੈਂਪੇਨ ਆਫਿਸ ਲਈ ਇੱਕ ਦਫ਼ਤਰ ਦੇਖਦਾ ਸੀਗਾ ਵੀ ਸਾਨੂੰ ਸਾਡੇ ਵਾਰਡ ਦੇ ਵਿੱਚ ਮਿਲ ਜੇ, ਜਿਹੜਾ ਇੱਕੋ ਇੱਕ ਪਲਾਜ਼ਾ ਆ ਉਹਦੇ ਵਿੱਚ ਕੋਈ ਜਗ੍ਹਾ ਹੀ ਨਹੀਂ ਹੈਗੀ। ਤੇ ਹੋਰ ਉਹਨਾਂ ਨੇ ਕੋਈ ਉੱਥੇ ਇਹ ਪਲਾਨ ਹੀ ਨਹੀਂ ਕੀਤਾ। 10 ਸਾਲ ਦੀ ਉਹ ਕਮਿਊਨਿਟੀ ਉੱਥੇ ਹੈਗੀ ਆ, ਉੱਥੇ ਕੋਈ ਪਲਾਨ ਹੀ ਨਹੀਂ ਕੀਤਾ। ਉਹਨਾਂ ਨੂੰ ਲੱਗਦਾ ਵੀ ਇਹਨਾਂ ਨੂੰ ਇਹ ਸੇਵਾਵਾਂ ਦੀ ਲੋੜ ਨਹੀਂ ਹੈਗੀ। ਸਾਡਾ ਤਾਂ ਸਰ ਜੇਗਾ ਜੀ, ਅਸੀਂ 2 ਮਹੀਨੇ ਚਲੋ ਗਰਾਜ ਨਹੀਂ, ਬੇਸਮੈਂਟ ਨਹੀਂ, ਅਸੀਂ ਸਾਰ ਲਾਂਗੇ। ਪਰ ਜੇ ਕਿਸੇ ਨੇ ਕੋਈ ਕਾਰੋਬਾਰ ਕਰਨਾ ਹੈ, ਕੋਈ ਕੰਮਕਾਰ ਕਰਨਾ ਆ, ਉਹਦੇ ਲਈ ਫਿਰ ਇੱਕੋ ਹੱਲ ਰਹਿ ਜਾਂਦਾ ਵੀ ਉਹ ਲਾਗੇ ਛਾਗੇ ਦੇ ਜਿਹੜੇ ਸ਼ਹਿਰ ਨੇ ਉਹਨਾਂ 'ਚ ਜਾਏਗਾ, ਜਾਂ ਬਰੈਂਪਟਨ ਜਾਏਗਾ, ਜਾਂ ਮਿਸਾਗਾ ਜਾਏਗਾ, ਠੀਕ ਹੈ ਜੀ। ਸੋ ਅਸੀਂ ਆਪਣੇ ਕਾਰੋਬਾਰਾਂ ਲਈ ਵੀ ਬਾਹਰ ਜਾ ਰਹੇ ਹਾਂ ਤੇ ਅਸੀਂ ਉਹੀ ਜਿਹੜੇ ਕਾਰੋਬਾਰੀ ਬੰਦੇ ਨੇ ਜਿਨ੍ਹਾਂ ਤੋਂ ਅਸੀਂ ਕੋਈ ਸਮਾਨ ਖਰੀਦਣਾ ਆ, ਉਹਦੇ ਲਈ ਵੀ ਅਸੀਂ ਬਰੈਂਪਟਨ ਜਾ ਰਹੇ ਹਾਂ, ਮਿਸਾਗਾ ਜਾ ਰਹੇ ਹਾਂ। ਸਾਡੀ ਗਰੋਸਰੀ ਬਰੈਂਪਟਨ ਤੋਂ ਹੋ ਰਹੀ ਹੈ, ਸਾਡੇ ਡਰੱਗ ਸਟੋਰ ਬਰੈਂਪਟਨ ਨੇ, ਸਾਡੇ ਡਾਕਟਰ ਬਰੈਂਪਟਨ ਨੇ। ਸੋ ਜਿਹੜੀਆਂ ਰੋਜ਼ ਦੀਆਂ ਚੀਜ਼ਾਂ ਦੀ ਸਾਨੂੰ ਲੋੜ ਆ ਉਹਦੇ ਲਈ ਅਸੀਂ ਬਰੈਂਪਟਨ ਜਾ ਰਹੇ ਹਾਂ।
ਜਦ ਕਿ ਉਹ ਸਾਰਾ ਰੈਵਨਿਊ ਅਸੀਂ ਆਪਣੇ ਟਾਊਨ ਦੀਆਂ ਲਿਮਿਟਸ 'ਚ ਰੱਖ ਸਕਦੇ ਹਾਂ ਜੇ ਇੱਕ ਚੰਗੀ ਪਲੈਨਿੰਗ ਕੀਤੀ ਗਈ ਹੁੰਦੀ। ਅੱਛਾ, ਬਰੈਂਪਟਨ ਵਾਸੀਆਂ ਨੂੰ ਹਮੇਸ਼ਾ ਰਹਿੰਦਾ ਹੈ ਕਿ ਅਸੀਂ ਕਿਉਂਕਿ ਬਹੁਤਾਤ 'ਚ ਇੱਥੇ ਤੇ ਸਾਡੀਆਂ ਜਿਹੜੀਆਂ ਸਰਵਿਸਿਜ਼ ਨੇ ਜਿਹੜੀਆਂ ਸਰਕਾਰ ਪ੍ਰੋਵਾਈਡ ਕਰਦੀ ਹੈ, ਹੁਣ ਤੇ ਉਹ ਪਬਲਿਕ ਤੇ ਪ੍ਰਾਈਵੇਟ ਪਾਰਟੀਸਪੇਸ਼ਨ ਵਾਲੇ ਪਾਸੇ ਨੂੰ ਤੁਰ ਪਏ ਆਪਾਂ ਵੀ। ਖਾਸ ਕਰਕੇ ਜਿਹੜੀਆਂ ਹਸਪੀਟਲ ਦੀਆਂ ਐਮਰਜੈਂਸੀ ਸੇਵਾਵਾਂ ਨੇ ਉੱਤੇ ਲੋਕਾਂ ਨੂੰ ਬਹੁਤ ਗਿਲਾ ਰਹਿੰਦਾ ਹੈ। ਲੋਕ ਇਹ ਵੀ ਕਹਿੰਦੇ ਆ ਕਿ ਤੁਸੀਂ ਨਾਲ ਵਾਲੇ ਨੇਟਿਵ ਜਿਹੜੇ ਸਾਡੇ ਲਾਗੇ ਸਿਟੀ ਨੇ, ਜੇ ਤੁਸੀਂ ਓਕਵਿਲ ਦੀ ਗੱਲ ਕਰੋ ਜਾਂ ਕਿਤੇ, ਉੱਥੇ ਜਿਹੜੇ ਸਕੂਲ ਹੈ ਉਹਨਾਂ ਦਾ ਸਟੈਂਡਰਡ ਸਾਡੇ ਨਾਲੋਂ ਜ਼ਿਆਦਾ ਵਧੀਆ ਹੈ। ਸਾਡੇ ਸਕੂਲਾਂ 'ਚ ਨਾ ਸਟਾਫ ਉਸ ਤਰ੍ਹਾਂ ਦਾ ਤੇ ਨਾ ਹੀ ਉਹ ਸਟੈਂਡਰਡ ਹੈ। ਹਾਲਾਂਕਿ ਚਲਾਉਂਦਾ ਸਾਰਿਆਂ ਨੂੰ ਪੀਲ ਬੋਰਡ ਦਾ ਜਿਹੜਾ ਸਕੂਲ ਹੈ ਉਹੀ ਚਲਾਉਂਦਾ ਹੁੰਦਾ, ਪਰ ਉਹਦੇ ਬਾਵਜੂਦ ਜਿਹੜਾ ਕਿਤੇ ਨਾ ਕਿਤੇ ਲੈਵਲ ਪੜ੍ਹਾਈ ਦਾ ਜਿਹੜਾ ਜਿਸ ਤਰ੍ਹਾਂ ਪ੍ਰਾਈਵੇਟ ਕੰਪੀਟੀਸ਼ਨ ਹੁੰਦਾ, ਇੱਥੇ ਪਬਲਿਕ ਦੇ ਸੈਕਟਰ ਦੇ ਵਿੱਚ ਵੀ ਲੱਗਦਾ ਕਿ ਨਹੀਂ ਯਾਰ ਇਹ ਸਕੂਲ 'ਚ ਬੱਚਾ ਨਹੀਂ ਭੇਜਣਾ। ਜਿੱਦਾਂ ਇੱਥੇ ਕੈਨੇਡੀ ਤੇ ਇੱਕ ਸਕੂਲ ਹੈ, ਲੋਕੀ ਡਰਦੇ ਆ ਯਾਰ ਉੱਥੇ ਬੱਚੇ ਜਾ ਕੇ ਵਿਗੜ ਜਾਂਦੇ ਆ। ਤੇ ਤੁਹਾਡੇ ਉੱਥੇ ਇਹ ਦੋ ਸਰਵਿਸਿਜ਼ ਜਿਹੜੀਆਂ ਇਹ ਕਿੱਦਾਂ ਦੀਆਂ ਨੇ? ਹੈਲਥ ਸਰਵਿਸਿਜ਼ ਦਾ ਉੱਥੇ ਕੀ ਹਾਲ ਆ? ਕਿਸ ਤਰ੍ਹਾਂ ਦਾ ਹਸਪੀਟਲ ਨੇ, ਕਿਸ ਤਰ੍ਹਾਂ ਹੈ ਕਿ ਇਕੱਲਾ ਫੈਮਿਲੀ ਡਾਕਟਰ ਜਿਹੜੇ ਆ ਉਹਨਾਂ 'ਤੇ ਡਿਪੈਂਡੈਂਸੀ ਆ? ਦੂਸਰਾ ਜਿਹੜੇ ਸਕੂਲ ਨੇ ਉਹਨਾਂ ਬਾਰੇ ਥੋੜ੍ਹਾ ਜਿਹਾ ਜਾਣਕਾਰੀ ਦਿਓ ਕਿ ਬਰੈਂਪਟਨ ਨਾਲ ਕਿੱਦਾਂ ਡਿਫਰੈਂਟ ਨੇ। ਦੇਖੋ ਜੀ, ਅਸੀਂ ਹਰ ਚੀਜ਼ ਬਰੈਂਪਟਨ ਨਾਲ ਕੰਪੇਅਰ ਕਰ ਰਹੇ ਕਿਉਂਕਿ ਆਪਾਂ ਇੱਥੇ ਬਹੁਤੇ ਜ਼ਿਆਦਾ ਰਹਿੰਦੇ ਹਾਂ। ਮੈਂ ਤੁਹਾਨੂੰ ਥੋੜ੍ਹਾ ਜਿਹਾ ਹੋਰ ਇਹਦਾ ਜਿਹੜਾ ਵਿਸ਼ਾਲ ਨਜ਼ਰੀਆ ਦਿੰਦਾ। ਸਿਸਟਮੈਟਿਕ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ ਜੀ ਇੱਥੇ ਬਰੈਂਪਟਨ 'ਚ ਵੀ, ਕੈਨੇਡਨ 'ਚ ਵੀ। ਕਿਵੇਂ ਹੋ ਰਹੀ ਆ? ਜਦੋਂ ਅਸੀਂ ਦੇਖਦੇ ਹਾਂ ਕਿ ਬਰੈਂਪਟਨ ਦਾ ਸਾਈਜ਼, ਕੈਨੇਡਨ 'ਚ ਹਸਪੀਟਲ ਨਹੀਂ ਹੈਗਾ। ਤੁਹਾਡੇ ਪਹਿਲੇ ਸਵਾਲ ਦਾ ਮੈਂ ਜਵਾਬ ਦੇ ਦਿੰਦਾ। ਸੋ ਬਰੈਂਪਟਨ 'ਚ ਇੱਕੋ ਇੱਕ ਹਸਪੀਟਲ ਆ। ਜਦੋਂ ਕਿ ਆਪਾਂ ਇਹ ਦੇਖਦੇ ਹਾਂ ਕਿ ਵਾਨ ਜਿਹੜਾ ਕਿ ਕਾਫੀ ਆਇਡੈਂਟੀਕਲ ਆ ਬਾਕੀ ਸਰਵਿਸਿਜ਼ 'ਚ, ਉੱਥੇ 3 ਹਸਪਤਾਲ ਨੇ। ਸੋ ਇਹਦਾ ਜਵਾਬ ਕੋਈ ਨਹੀਂ ਪੁੱਛ ਰਿਹਾ ਕਿ ਸਾਡੇ ਇੱਥੇ ਇੱਕ ਹਸਪਤਾਲ ਹੀ ਕਿਉਂ ਆ। ਠੀਕ ਹੈ ਜੀ। ਅਸੀਂ ਇੱਥੋਂ ਦੇ ਹਾਈਵੇ ਸਿਸਟਮ ਨੂੰ ਦੇਖਦੇ ਹਾਂ। 410 'ਤੇ ਚੱਲ ਜਾਓ ਤੁਸੀਂ ਰੋਜ਼ ਸ਼ਾਮ ਨੂੰ, ਐਵਰੀ ਸਿੰਗਲ ਡੇ ਉੱਥੇ ਉਹ ਪਾਰਕਿੰਗ ਲਾਟ ਬਣਿਆ ਹੋਇਆ, ਪਰ ਉੱਥੋਂ ਦੇ ਸਵਾਲ ਇਹ ਪੁੱਛੇ ਨਹੀਂ ਜਾ ਰਹੇ। ਇੱਕ ਸਿਸਟਮੈਟਿਕਲੀ ਡਿਸਕ੍ਰਿਮੀਨੇਟ ਕੀਤਾ ਜਾ ਰਿਹਾ ਆ, ਚਾਹੇ ਉਹ ਐਜੂਕੇਸ਼ਨ ਹੋਏ, ਚਾਹੇ ਉਹ ਹੈਲਥ ਕੇਅਰ ਹੋਏ, ਜਾਂ ਕੋਈ ਵੀ ਇਨਫਰਾਸਟ੍ਰਕਚਰ ਦੀਆਂ ਫੈਸਿਲਿਟੀਜ਼ ਹੋਣ। ਤੇ ਇਹਦੇ 'ਚ ਇਕੱਲਾ ਬਰੈਂਪਟਨ ਜਾਂ ਇਕੱਲਾ ਕੈਨੇਡਨ ਦਾ ਮਸਲਾ ਨਹੀਂ ਆ। ਇੱਥੇ ਜਿੱਥੇ ਸਾਡੀਆਂ ਮਾਈਨੋਰਿਟੀਜ਼ ਨੇ ਉਹਨਾਂ ਨਾਲ ਇਹ ਹੋ ਰਿਹਾ ਹੈ। ਤੇ ਮਾਈਨੋਰਿਟੀਜ਼ ਨੂੰ ਸਿਰਫ ਜਾਗਰੂਕ ਹੋਣ ਦੀ ਲੋੜ ਆ। ਆਪਣੇ ਜਿਹੜੇ ਸਮੇਂ ਦੇ MP, MPP ਜਾਂ ਸਿਟੀ ਕਾਉਂਸਲ ਆ, ਉਹਨਾਂ ਦੇ ਨਾਲ ਕਾਨਸਟੈਂਟਲੀ ਟੱਚ 'ਚ ਰਹਿਣ ਦੀ ਲੋੜ ਆ। ਉਹਨਾਂ ਨੂੰ ਕਹਿਣਾ ਸਾਡਾ ਫਰਜ਼ ਵੀ ਆ, ਤੇ ਉਹਨਾਂ ਦੀ ਵੀ ਇਹ ਜੌਬ ਆ ਕਿ ਉਹ ਆਪਣੇ ਰੈਜ਼ੀਡੈਂਟਸ ਦੀ ਗੱਲ ਸੁਣ ਕੇ ਅੱਗੇ ਪਹੁੰਚਾ ਸਕਣ। ਜੇ ਸਾਡੇ ਕੋਲ ਇੱਥੇ ਹੈਲਥ ਫੈਸਿਲਿਟੀਜ਼ ਨਹੀਂ ਹੈਗੀਆਂ ਤੇ ਉਹਦਾ ਸਾਨੂੰ ਕਾਰਨ ਪੁੱਛਣਾ ਚਾਹੀਦਾ। ਜੇ ਚਾਈਨਾ ਵਾਲੇ ਹਫ਼ਤੇ ਦੇ ਵਿੱਚ ਹਸਪਤਾਲ ਖੜਾ ਕਰ ਸਕਦੇ ਆ ਤੇ ਸਾਨੂੰ ਤਾਂ ਇੱਥੇ 10 ਸਾਲ ਦੀ ਟਾਈਮ ਲਾਈਨ ਦੇ ਦਿੰਦੇ ਆ। ਅਸੀਂ ਫਿਰ ਵੈਸਟਰਨ ਵਰਲਡ, ਅਸੀਂ ਫਸਟ ਜਿਹੜਾ ਜਿਹਨੂੰ ਕਹਿੰਦੇ ਨਾ ਫਸਟ ਵਰਲਡ ਕੰਟਰੀਜ਼ ਆ, ਵੀ ਇਹ ਐਡਵਾਂਸ ਕੰਟਰੀਜ਼ ਕਿੱਦਾਂ ਨੇ ਫਿਰ? ਠੀਕ ਹੈ ਜੀ। ਜੇ ਸਾਡੇ ਹਾਈਵੇਜ਼ ਅਜੇ ਤੱਕ ਚੱਲਦੇ ਨਹੀਂ, ਜਾਂ ਤਾਂ ਹੋਏ ਨਾ ਕੋਈ ਇੱਕ ਦਿਨ ਦੀ ਸਮੱਸਿਆ ਹੋਵੇ, ਸਵੇਰੇ ਸ਼ਾਮ ਹਾਈਵੇਜ਼ ਖਲੋਤੇ ਹੁੰਦੇ ਨੇ। ਇਹ ਨਹੀਂ ਹੈਗਾ ਕਿ ਇੱਕ ਆਈਸੋਲੇਟਡ ਉੱਥੇ ਐਕਸੀਡੈਂਟ ਹੋ ਗਿਆ ਤੇ ਉਹਦੇ ਕਰਕੇ ਕੋਈ ਸਮੱਸਿਆ ਆ ਗਈ। ਉਹ ਅੰਡਰਸਟੈਂਡ ਕਰਦੇ ਹਾਂ ਅਸੀਂ, ਪਰ ਜੇ ਰੋਜ਼ ਉੱਥੇ ਹੋ ਰਿਹਾ ਤੇ ਉਹ ਚੀਜ਼ਾਂ ਇਗਨੋਰ ਹੋ ਰਹੀਆਂ ਨੇ ਤੇ ਕਿਤੇ ਨਾ ਕਿਤੇ ਸਿਸਟਮ ਦੇ ਵਿੱਚ ਕੋਈ ਬੜੀ ਵੱਡੀ ਖਰਾਬੀ ਆ। ਜੇ 1933 ਦੇ ਵਿੱਚ ਜਰਮਨ ਵਾਲੇ ਆਟੋਬਾਨ ਬਣਾ ਸਕਦੇ ਆ ਜਿੱਥੇ ਕੋਈ ਸਪੀਡ ਲਿਮਟ ਨਹੀਂ ਹੈ, ਤੇ ਸਾਡੇ ਕੋਲ ਤੁਹਾਡੇ 100 ਵਾਲੇ ਨਹੀਂ ਚੱਲਦੇ। ਇਹ ਚੀਜ਼ਾਂ ਦੇ ਸਵਾਲ ਪੁੱਛਣ ਦੀ ਜਿਹੜੀ ਲੋੜ ਆ, ਇਹ ਅਸੀਂ ਇੱਕ ਗਲਤ ਕਲਚਰ ਇੱਥੇ ਡਿਵੈਲਪ ਕਰ ਰਹੇ ਹਾਂ ਅੱਜ, ਕਿ ਜਿਹਦੇ 'ਚ ਅਸੀਂ MP, MPP ਜਾਂ ਈਵਨ ਕਾਉਂਸਲ ਦੇ ਜਿਹੜੇ ਇਲੈਕਟਡ ਮੈਂਬਰਸ ਨੇ ਉਹਨਾਂ ਨੂੰ ਅਸੀਂ ਆਪਣੇ ਜਿਹੜੇ ਪਰਸਨਲ ਫੰਕਸ਼ਨਸ 'ਤੇ ਸੱਦ ਕੇ ਬੜਾ ਮਾਣ ਮਹਿਸੂਸ ਕਰਦੇ ਹਾਂ ਕਿ ਸਾਡੇ ਕੋਲ 10 ਜਾਣਿਆਂ ਦੇ ਨੰਬਰ ਨੇ, 5 ਜਾਣਿਆਂ ਦੇ ਨੰਬਰ ਨੇ, ਅਸੀਂ ਉਹਨਾਂ ਨੂੰ ਡਾਇਰੈਕਟ ਫੋਨ ਕਰ ਲੈਂਦੇ ਹਾਂ। ਉਹ ਡਾਇਰੈਕਟ ਫੋਨ ਕੋਈ ਵੀ ਰੈਜ਼ੀਡੈਂਟ ਕਰ ਸਕਦਾ ਹੈ। ਉਹ ਰੈਜ਼ੀਡੈਂਟਸ ਦਾ ਚੁਣਿਆ ਹੋਇਆ ਨੁਮਾਇੰਦਾ ਆ। ਉਹ ਸਾਡੀ ਟੈਕਸ ਪੇਅਰ ਮਨੀ ਤੋਂ ਹੀ ਉਹਨਾਂ ਨੂੰ ਤਨਖਾਹਾਂ ਮਿਲਦੀਆਂ ਨੇ, ਤੇ ਇਹ ਉਹਨਾਂ ਦੀ ਪਾਰਟ ਆਫ ਦਾ ਜੌਬ ਆ ਕਿ ਉਹ ਰੈਜ਼ੀਡੈਂਟਸ ਦੀ ਗੱਲ ਸੁਣੀ ਜਾਏ। ਪਰ ਹੋ ਕੀ ਰਿਹਾ ਆ ਕਿ ਸਾਡੇ ਨਾਲ ਸਾਨੂੰ ਪਤਾ ਨਹੀਂ ਲੱਗ ਰਿਹਾ ਕਿ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ। ਕਿਵੇਂ ਹੋ ਰਹੀ ਹੈ? ਸਾਨੂੰ ਇੱਕ ਘਰਾਂ ਤੇ ਕਾਰਾਂ ਦੇ ਵਿੱਚ ਉਲਝਾ ਕੇ ਰੱਖ ਛੱਡਿਆ ਹੈ, ਤੇ ਜਿਹੜੇ ਸਾਡੇ ਬੁਨਿਆਦੀ ਹੱਕ ਨੇ ਅਸੀਂ ਉਹਨਾਂ ਨੂੰ ਹੀ ਮੰਗਣੋਂ ਕਤਰਾਉਂਦੇ ਵੀ ਹਾਂ। ਤੇ ਕਿਤੇ ਨਾ ਕਿਤੇ ਅਸੀਂ ਆਪਾਂ ਕੁਝ ਪੰਜਾਬ ਤੋਂ ਇਹੋ ਜਿਹੀਆਂ ਕ੍ਰੀਤੀਆਂ ਨਾਲ ਵੀ ਲੈ ਆਏ ਹਾਂ ਵੀ ਅਸੀਂ ਹੁਣ ਇਹਨਾਂ ਨੂੰ ਮਿਨਿਸਟਰਾਂ ਨੂੰ ਜ਼ਿਆਦਾ ਮਾਣ ਦੇਣ ਲੱਗ ਗਏ ਹਾਂ, ਜਦ ਕਿ ਉਹਨਾਂ ਨੂੰ ਲੋੜ ਇਹ ਆ ਕਿ ਸਮੇਂ ਦਰ ਸਮੇਂ ਉਹਨਾਂ ਨੂੰ ਯਾਦ ਕਰਾਇਆ ਜਾਏ। ਤੁਹਾਡੇ ਬਿਲਕੁਲ। ਹੁਣ ਇੱਕ ਚੀਜ਼ ਤੁਸੀਂ ਬੜੀ ਕੰਮ ਦੀ ਵੇ ਕਹੀ, ਮੈਨੂੰ ਉਹਦੇ ਤੋਂ ਯਾਦ ਆ ਰਿਹਾ, ਇੱਕ ਆਮ ਧਾਰਨਾ ਇਹ ਆ ਕਿ ਜਿਹੜੇ ਅਸੀਂ ਆ ਸਾਊਥ ਏਸ਼ੀਅਨ ਲੋਕ, ਖਾਸ ਕਰਕੇ ਅਸੀਂ ਪੰਜਾਬੀ, ਅਸੀਂ ਬਿਨਾਂ ਇਹ ਸੋਚਿਆ ਕਿ ਅਸੀਂ ਕਰਨਾ ਕੀ ਆ ਪਲਾਨ ਕਰਨ ਤੋਂ ਇੱਕ ਆਪਣੀ ਜੌਬ ਸਿਕਿਉਰ ਕਰਨ ਨੂੰ ਕਈ ਵਾਰ ਪੋਲੀਟਿਕਸ 'ਚ ਆ ਜਾਂਦੇ ਹਾਂ। ਸਾਨੂੰ ਐਂ ਲੱਗਦਾ ਕਿ ਜੇ ਮੈਂ ਹੁਣ ਕੌਂਸਲਰ ਬਣ ਗਿਆ, ਅਗਲੀ ਵਾਰ ਰੀਜਨਲ ਕੌਂਸਲਰ ਬਣ ਜਾਊਗਾ, ਅਗਲੀ ਵਾਰ MPP ਵਾਸਤੇ ਕੋਈ ਚਾਂਸ ਬਣ ਸਕਦਾ, ਤੇ ਅਸੀਂ ਉਮਰ ਭਰ ਲਈ ਆਪਣੀ ਜੌਬ ਜਿਹੜੀ ਉਹਨੂੰ ਸਿਕਿਉਰ ਕਰਨ ਵਾਲੇ ਪਾਸੇ ਪੈਂਦੇ ਹਾਂ। ਤੁਹਾਡੇ ਮਾਮਲੇ 'ਚ ਇਹ ਚੀਜ਼ਾਂ ਕਿੱਦਾਂ? ਤੁਸੀਂ ਇਹਨੂੰ ਕਿੱਦਾਂ ਸੋਚਦੇ ਹੋ? ਤੁਸੀਂ ਇਹਨੂੰ ਐਜ ਏ ਜੌਬ ਲਓਗੇ ਜਾਂ ਇਹਨੂੰ ਆਪਣਾ ਪੈਸ਼ਨ ਲਓਗੇ? ਜੇ ਤੁਸੀਂ ਚੁਣੇ ਜਾਂਦੇ ਹੋ ਤੇ ਤੁਹਾਡੇ ਦਿਮਾਗ 'ਚ ਆ ਕਿ ਮੈਂ ਹੋਰ ਕੀ ਐਸਾ ਕਰੂੰਗਾ ਜਿਹੜਾ ਪਹਿਲਾਂ ਕੌਂਸਲਰ ਨੇ ਕੀਤਾ? ਦੇਖੋ ਜੀ, ਕੈਨੇਡਨ ਕਾਉਂਸਲ ਸੇਵਾ ਹੀ ਆ, ਕਿਉਂਕਿ ਉੱਥੇ ਜਿਹੜੀ ਪੇ ਆ ਬਹੁਤ ਘੱਟ ਆ। ਸੋ ਕੈਨੇਡਨ ਕਾਉਂਸਲ 'ਚ ਜੇ ਕੋਈ ਜੌਬ ਲੈਣ ਆ ਰਿਹਾ ਤੇ ਪਹਿਲੀ ਗੱਲ ਤਾਂ ਉਹ ਉਹਨਾਂ ਨੂੰ ਨਹੀਂ ਮਿਲਣੀ, ਕਿਉਂਕਿ
ਉਹਦੇ ਨਾਲ ਉਹਨਾਂ ਦਾ ਘਰ ਨਹੀਂ ਚੱਲਣਾ। ਇਹਦੇ ਨਾਲ ਸਿਰਫ ਸਾਡਾ ਇੱਕੋ ਹੀ ਮੰਤਵ ਰਿਹਾ, ਚਾਹੇ ਅਸੀਂ ਪਹਿਲਾਂ ਅੱਜ ਤੱਕ ਆਪਾਂ ਜਿਹੜਾ ਆਊਟਸਾਈਡ ਜਿਹੜਾ ਬਾਹਰੋਂ ਜ਼ੋਰ ਲਾਇਆ ਆ, ਇੱਕ ਸੇਵਾ ਭਾਵਨਾ ਦੇ ਨਾਲ ਆਏ ਆ। ਕਿਉਂਕਿ ਜਦੋਂ ਅਸੀਂ ਕੈਨੇਡਾ ਆਉਂਦੇ ਆ, ਅਸੀਂ 2 ਬੈਗ ਲੈ ਕੇ ਆਉਂਦੇ ਤੇ ਇੱਥੇ ਆ ਕੇ ਸਾਨੂੰ ਉਹ ਸਾਰੀਆਂ ਚੀਜ਼ਾਂ ਮਿਲਦੀਆਂ ਨੇ ਜਿਨ੍ਹਾਂ ਚੀਜ਼ਾਂ ਦੀ ਅਸੀਂ ਇੱਛਾ ਰੱਖਦੇ ਹਾਂ। ਤੇ ਸਾਡਾ ਫਰਜ਼ ਬਣਦਾ ਆ ਹਰ ਇੱਕ ਨਾਗਰਿਕ ਦਾ ਕਿ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਜਿਹੜਾ ਸਾਨੂੰ ਇੰਨਾ ਕੁਝ ਕੈਨੇਡਾ ਨੇ ਦਿੱਤਾ ਆ, ਉਹਦਾ ਕੁਝ ਹਿੱਸਾ ਅਸੀਂ ਕੈਨੇਡਾ ਦੀ ਸੁਸਾਇਟੀ ਨੂੰ ਵਾਪਸ ਦਿੱਤਾ ਜਾਏ। ਤੇ ਮੇਰੀ ਤੇ ਇਹ ਸੋਚ ਆ ਕਿ ਮੈਂ ਇਹਦੇ ਥਰੂ ਇਹ ਸੋਚ ਨਾਲ ਆਇਆ ਕਿ ਮੈਂ ਕੁਝ, ਮੇਰਾ ਹੁਣ ਸਮਾਂ ਆ ਕਿ ਮੈਂ ਇਹਨਾਂ ਨੂੰ ਕੁਝ ਵਾਪਸ ਕਰਾਂ। ਬਾਕੀ ਜੇ ਤੁਸੀਂ ਫਿਊਚਰ ਪਲਾਨਸ ਦੀ ਗੱਲ ਕਰੋ, ਇਲੈਕਟਡ ਔਰ ਨਾਟ ਇਲੈਕਟਡ, ਉਹ ਫਰਕ ਨਹੀਂ ਪੈਂਦਾ। ਅਸੀਂ ਕੰਮ 'ਚ ਯਤਨਸ਼ੀਲ ਰਹਾਂਗੇ ਹਮੇਸ਼ਾ। ਤੇ ਜਿਵੇਂ ਜਿਵੇਂ ਸਾਨੂੰ ਜੇ ਤੁਸੀਂ ਨਹੀਂ ਵੀ ਚੁਣੇ ਜਾਂਦੇ ਤੇ ਕਮਿਊਨਿਟੀ ਲਈ ਇਸ ਤਰ੍ਹਾਂ ਹੀ ਐਕਟਿਵ ਸਰਵਿਸ ਦਿੰਦੇ ਰਹੋਗੇ। ਤੁਹਾਡਾ ਪਹਿਲਾਂ ਵੀ ਇਹੀ ਕੀਤਾ ਹੈ ਜੀ, ਤੇ ਅਸੀਂ ਗਾਂ ਵੀ ਇਹੀ ਕਰਨਾ ਹੈ। ਇਸ ਵਾਰੀ ਸਿਰਫ ਅਸੀਂ ਮੌਕਾ ਇਸ ਕਰਕੇ ਮੰਗ ਰਹੇ ਹਾਂ ਕਿ ਕੁਝ ਕੰਮ ਹੁੰਦੇ ਨੇ ਜਿਹੜੇ ਅੰਦਰੋਂ ਕਰਾਉਣੇ ਸੌਖੇ ਨੇ। ਜਦੋਂ ਤੁਸੀਂ ਤੁਹਾਡੇ ਕੋਲ ਇੱਕ ਅਹੁਦਾ ਹੁੰਦਾ ਆ, ਤੁਹਾਡੀ ਕੋਈ ਸਰਟਨ ਸੇ ਹੁੰਦੀ, ਤੁਸੀਂ ਕੁਝ ਕਹਿ ਸਕਦੇ ਹੋ, ਕੁਝ ਕਰਾ ਸਕਦੇ ਹੋ। ਪਰ ਜਦੋਂ ਅਸੀਂ ਬਾਹਰੋਂ ਸਿਰਫ ਤੇ ਸਿਰਫ ਆਪਣੇ ਮੁੱਦੇ ਗਾਂ ਲੈ ਕੇ ਜਾ ਸਕਦੇ ਹਾਂ, ਉਹ ਬਹੁਤ ਹੀ ਵਾਰੀ ਇਗਨੋਰ ਹੋ ਜਾਂਦੇ ਨੇ। ਕਿਉਂਕਿ ਅਗੇਨ ਜਿੱਦਾਂ ਗੱਲ ਉੱਥੇ ਮੁੜ ਕੇ ਆਉਂਦੀ ਆ ਕਿ ਉਹ ਕਿਸੇ ਹੋਰ ਨੂੰ ਸਰਵ ਕਰ ਰਹੇ ਨੇ, ਉਹ ਲੋਕਾਂ ਨੂੰ ਸਰਵ ਨਹੀਂ ਕਰ ਰਹੇ, ਜੋ ਕਿ ਡੈਮੋਕ੍ਰੇਸੀ 'ਚ ਕਰਨਾ ਚਾਹੀਦਾ। ਅੱਛਾ ਕਾਲਾ ਸਾਹਿਬ, ਇੱਕ ਲਾਸਟ ਮੈਂ ਤੁਹਾਡਾ ਕਰ ਲਾਂ ਇਹ, ਕਿਉਂਕਿ ਜਿੱਥੇ ਜਦੋਂ ਨਵੀਂ ਡਿਵੈਲਪਮੈਂਟ ਹੁੰਦੀ ਆ ਤੇ ਉੱਥੇ ਕੁਝ ਚੀਜ਼ਾਂ ਜਿਹੜੀਆਂ ਇਗਨੋਰ ਹੁੰਦੀਆਂ, ਉਹਨਾਂ 'ਚੋਂ ਸਭ ਤੋਂ ਵੱਡਾ ਹੁੰਦਾ এনवायरमेंट ਨੂੰ ਇਗਨੋਰ ਕਰਨਾ। ਤੁਹਾਡੇ ਉੱਥੇ ਕਿਉਂਕਿ ਉਸ ਏਰੀਆ ਜਿੱਦਾਂ ਮੈਂ ਕਹਿ ਰਿਹਾ ਫਾਰਮ ਹਾਊਸ ਨੇ, ਜੰਗਲ ਵਰਗਾ ਆ, ਬਹੁਤ ਸਾਰੀਆਂ ਦਰਖਤ ਕੱਟਣ ਦੀਆਂ ਇੱਥੇ ਸਾਡੇ ਹੈਗੀਆਂ ਨੇ ਕਿ ਨਹੀਂ ਕੱਟੇ ਜਾ ਸਕਦੇ। ਕੁਝ ਜਿਹੜੀਆਂ ਬਿਲਡਿੰਗਸ ਨੇ ਪੁਰਾਣੀਆਂ ਹਿਸਟੋਰੀਕਲ ਟਾਈਪ, ਜਾਂ ਕੁਝ ਬਿਲਡਿੰਗ ਜਿਹਨਾਂ ਨੂੰ ਅਸੀਂ ਟੱਚ ਵੀ ਨਹੀਂ ਕਰ ਸਕਦੇ। ਇਹ ਜਿਹੜੀਆਂ ਚੀਜ਼ਾਂ ਨੇ, ਇਹ ਕਿਸ ਤਰ੍ਹਾਂ ਮਤਲਬ ਤੁਸੀਂ ਸਮਝਦੇ ਹੋ ਕਿ ਇਹਨਾਂ ਨੂੰ ਰਿਟੇਨ ਕਿੱਦਾਂ ਕੀਤਾ ਜਾ ਸਕਦਾ? ਕਿਸ ਤਰ੍ਹਾਂ ਦੇ ਕੋਈ ਨਿਯਮ ਕਾਇਦੇ ਬਣਾਏ ਜਾ ਸਕਦੇ ਆ? ਕਿਉਂਕਿ ਆਪਣੇ ਲੋਕ ਜਿੱਥੇ ਵੀ ਜਾਂਦੇ ਆ ਨਾ, ਪਹਿਲਾਂ ਸਾਨੂੰ ਪੱਧਰੀ ਕਰਦੇ ਆ, ਪੱਧਰਾ ਥਾਂ ਚਾਹੀਦਾ ਹੁੰਦਾ। ਭਾਵੇਂ ਚੋਰੀ ਵੱਡੀ ਦਰਖਤ ਕੱਢ ਕੇ ਤੇ ਆਪਾਂ ਨੇ ਪਹਿਲਾਂ ਉਹ ਜਗ੍ਹਾ ਕਰਨੀ ਹੁੰਦੀ ਆ। ਹੁਣ ਜਦੋਂ ਡਿਵੈਲਪਮੈਂਟ ਹੋ ਰਹੀ ਆ, ਤੁਸੀਂ ਕਿੱਦਾਂ ਸੋਚਦੇ ਹੋ ਕਿ এনवायरमेंट ਨੂੰ ਕਿਸ ਤਰੀਕੇ ਨਾਲ ਉੱਥੇ ਉਸ ਇਲਾਕੇ 'ਚ, ਕਿਉਂਕਿ এনवायरमेंट ਦਾ ਕਿਉਂਕਿ ਉੱਥੇ ਕੰਜੈਸ਼ਨ ਅਜੇ ਨਹੀਂ ਆ, ਦੂਰ ਘਰ ਨੇ, ਫਾਰਮ ਹਾਊਸ ਨੇ, ਬੱਸੋਂ ਘੱਟ ਆ, ਇਹਨੂੰ ਪ੍ਰੋਟੈਕਟ ਕਰਨ ਲਈ ਕੀ ਕੀਤਾ ਜਾ ਸਕਦਾ? ਦੇਖੋ ਜੀ, ਉੱਥੇ 3 ਕੰਜ਼ਰਵੇਸ਼ਨ ਅਥਾਰਟੀਜ਼ ਆਲਰੇਡੀ ਕੰਮ ਕਰ ਰਹੀਆਂ ਨੇ। ਕੈਨੇਡਾ ਦਾ 80% ਲੈਂਡ ਪ੍ਰੋਟੈਕਟਡ ਆ, ਜਿਹੜਾ 20% ਹੈ ਸਿਰਫ ਉਹਦੇ ਵਿੱਚ ਡਿਵੈਲਪਮੈਂਟ ਆ ਸਕਦੀ ਆ। ਤੇ ਲੋੜ ਆ ਕਿ ਉਹਨੂੰ ਲੰਮੇ ਪਰ ਜਿੱਦਾਂ ਤੁਸੀਂ ਕਹਿੰਦੇ ਹੋ ਬਿਲਡਰ ਲੌਬੀ ਜਿਹੜੀ ਆ ਉਹ ਬੜੀ ਪਾਵਰਫੁਲ ਹੈ, ਉਹ ਤੇ ਫਿਰ ਉਹਨਾਂ ਦੀ ਜ਼ੋਨਿੰਗ ਚੇਂਜ ਕਰਾ ਲੈਂਦੀ ਆ, ਧੱਕੇ ਨਾ ਹੋ ਜਾਂਦਾ। ਇੱਥੇ ਪਾਰਕਾਂ ਦੀ ਜਗ੍ਹਾ ਤੇ ਜਿੱਦਾਂ ਤੁਸੀਂ ਕਹਿ ਰਹੇ ਹੋ ਫਲੈਟ ਬਣ ਰਹੇ ਆ, ਜਾਂ ਪਾਰਕਾਂ ਦੀ ਜਗ੍ਹਾ ਤੇ ਛੋਟੇ ਘਰਾਂ ਦੇ ਨਾਂ ਤੇ ਜਿਹੜੇ ਟਾਊਨ ਹਾਊਸ ਉਹ ਬਣੀ ਜਾ ਰਹੇ ਆ, ਜਿਹੜੀ ਪਬਲਿਕ ਫੈਸਿਲਿਟੀ ਉਹਨੂੰ ਇਗਨੋਰ ਕਰਕੇ ਹੋਰ ਕੰਮ ਕੀਤੇ ਜਾ ਰਹੇ। ਉਹਦੀ ਇੱਕ ਟਰਮ ਹੈਗੀ ਜੀ MZO, ਮਿਨਿਸਟਰੀਅਲ ਜ਼ੋਨਿੰਗ ਆਰਡਰ। ਇਹ ਬਹੁਤ ਘੱਟ ਵਰਤਿਆ ਜਾਂਦਾ ਹੈ। ਉਵੇਂ ਜਦੋਂ ਕੋਈ ਜ਼ੋਨਿੰਗ ਚੇਂਜ ਹੋਣੀ ਹੁੰਦੀ ਹੈ ਨਾ, ਉਹਦਾ ਇੱਕ ਪ੍ਰੋਸੈਸ ਆ, ਤੇ ਜਦੋਂ ਪ੍ਰੋਸੈਸ ਨੂੰ ਇਗਨੋਰ ਕਰਕੇ ਅਸੀਂ ਜ਼ੋਨਿੰਗ ਚੇਂਜ ਕਰਾਉਣੀ ਆ, ਉਹਦੇ ਲਈ MZO ਆਉਂਦਾ ਆ, ਉਹ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਆਉਂਦਾ ਆ। ਉਹ ਸਾਰਿਆਂ ਕੁਝ ਨੂੰ ਬਾਈਪਾਸ ਕਰਕੇ ਕਹਿੰਦੇ ਆ ਜੀ ਵੀ ਇੱਥੇ ਆ ਬਣੇਗਾ। ਉੱਥੇ ਮਤਲਬ ਜਿਹੜੀ ਸਿਟੀ ਕੌਂਸਲ ਹੈ ਉਹਨੂੰ ਇਗਨੋਰ ਕੀਤਾ ਜਾਂਦਾ ਹੈ, ਉਹ ਸਿੱਧਾ ਉੱਪਰੋਂ ਕਰਾ ਲੈ। ਬਿਲਡਰ ਦਾ ਫਰਜ਼ ਬਣਦਾ ਕਿ ਉਹ ਡਟ ਕੇ ਖੜੇ, ਕਿਉਂਕਿ ਐਟ ਦਾ ਐਂਡ ਆਫ ਦਾ ਡੇ ਜਿਹੜੇ ਰੈਜ਼ੀਡੈਂਟਸ ਆ ਉਹਨਾਂ ਨੂੰ ਜਵਾਬਦੇ ਆ ਸਿਟੀ ਕੌਂਸਲ, ਤੇ ਉੱਥੇ ਉਹਨਾਂ ਦਾ ਫਰਜ਼ ਬਣਦਾ ਆ ਕਿ ਉਹਨਾਂ ਦੇ ਨਾਲ ਉਹ ਡਟ ਕੇ ਖਲੋਵੇ, ਰੈਜ਼ੀਡੈਂਟਸ ਦੇ ਨਾਲ ਜੋ ਉਹਨਾਂ ਦੇ ਪੱਖ ਦੀ ਗੱਲ ਹੈ ਉਹ ਕੀਤੀ ਜਾਏ। ਪਰ ਸਾਡੀ ਬਦਕਿਸਮਤੀ ਇਹ ਆ ਕਿ ਉਹ ਉਹਨਾਂ ਰੈਜ਼ੀਡੈਂਟਸ ਦੇ ਨਾਲ ਡਟ ਕੇ ਖਲੋਣ ਦੀ ਬਜਾਏ ਉਹਨਾਂ ਦੇ ਖਿਲਾਫ ਖਲੋ ਜਾਂਦੇ ਨੇ, ਤੇ ਬਿਲਡਰਸ ਦੀ ਸਹਾਇਤਾ 'ਚ ਖਲੋ ਜਾਂਦੇ ਨੇ ਵੀ ਨਹੀਂ ਇਹ ਤੁਹਾਡੇ ਲਈ ਬਹੁਤ ਚੰਗਾ ਕੰਮ ਹੈ। ਸੋ ਇਹੀ ਆਪਾਂ ਕਰਨਾ ਕਿ ਆਪਾਂ ਜਿਹੜੇ ਹੈਗੇ ਆ ਕਿ ਸਹੀ ਤਰੀਕਾ ਅਗਲੇ 30-40 ਸਾਲ ਦੀ ਜਿਹੜੀ ਸੋਚ ਲੈ ਕੇ ਚੱਲਣੀ ਆ ਕਿ ਕੈਨੇਡਾ ਨੂੰ ਡਿਵੈਲਪ ਕਿੱਦਾਂ ਕੀਤਾ ਜਾਏ, ਤੇ ਕਿਹੜੇ ਚੰਗੇ ਰੂਪ 'ਚ ਚੰਗਾ ਸ਼ਹਿਰ ਬਣਾਇਆ ਜਾਏ ਜਿਸ 'ਚ ਸਾਰੀਆਂ ਸੇਵਾਵਾਂ ਹੋਣ, ਸਿਰਫ ਘਰ ਹੀ ਨਾ ਹੋਣ। ਜਿਹੜੇ ਘਰਾਂ 'ਚ ਲੋਕ ਰਹਿੰਦੇ ਨੇ ਉਹਨਾਂ ਲਈ ਰੁਜ਼ਗਾਰ ਦੇ ਕੁਝ ਸਾਧਨ ਹੋਣ, ਉਹਨਾਂ ਲਈ ਹੈਲਥ ਫੈਸਿਲਿਟੀਜ਼ ਹੋਣ, ਉਹਨਾਂ ਲਈ ਚੰਗੇ ਸਕੂਲ ਹੋਣ। ਸਕੂਲਾਂ ਦੇ ਬਾਹਰ ਸਾਡੇ ਬੋਰਡ ਲੱਗ ਚੁੱਕੇ ਨੇ ਕਿ ਇੱਥੇ ਜਿਹੜੀ ਸਾਡੀ ਲਿਮਿਟ ਰੀਚ ਕਰ ਚੁੱਕੀ ਹੈ, ਤੁਸੀਂ ਅਗਲੇ ਸਕੂਲ 'ਚ ਦੇਖੋ। ਜੇ ਘਰ ਬਣ ਸਕਦੇ ਨੇ ਤਾਂ ਸਕੂਲ ਕਿਉਂ ਨਹੀਂ? ਇਹ ਕੁਝ ਸਵਾਲ ਨੇ ਜਿਹੜੇ ਸਾਨੂੰ ਪੁੱਛਣੇ ਬਣਦੇ ਨੇ, ਕਿਉਂਕਿ ਮੇਰੇ ਖਿਆਲ ਨਾਲ ਜੇ ਅਸੀਂ ਘਰ ਪਲਾਨ ਕਰ ਰਹੇ ਹਾਂ ਤਾਂ ਉਸ ਤੋਂ ਪਹਿਲਾਂ ਸਾਨੂੰ ਸਕੂਲ ਪਲਾਨ ਕਰਨਾ ਚਾਹੀਦਾ, ਉਸ ਤੋਂ ਪਹਿਲਾਂ ਸਾਨੂੰ ਪਾਰਕ ਪਲਾਨ ਕਰਨੀ ਚਾਹੀਦੀ ਆ, ਉਸ ਤੋਂ ਪਹਿਲਾਂ ਸਾਨੂੰ ਸੜਕਾਂ ਪਲਾਨ ਕਰਨੀਆਂ ਚਾਹੀਦੀਆਂ, ਉਸ ਤੋਂ ਪਹਿਲਾਂ ਸਾਨੂੰ ਇਹ ਪਲਾਨ ਕਰਨਾ ਚਾਹੀਦਾ ਇੱਥੇ ਫੈਮਿਲੀ ਡਾਕਟਰ ਨੇ ਆਉਣਾ ਆ, ਇੱਥੇ ਜਿਹੜਾ ਹੈਗਾ ਆ ਆਪਣਾ ਕੋਈ ਵੀ ਹੈਲਥ ਫੈਸਿਲਿਟੀ ਹੈ। ਈਵਨ ਪਲਾਜ਼ੇ ਵਿੱਚ ਵੀ ਹੁੰਦਾ ਸੀ, ਪਹਿਲਾਂ ਹੁੰਦਾ ਸੀਗਾ ਕਿ ਜੇ ਮਕੈਨਿਕ ਹੈ ਤੇ ਇੱਕ ਸ਼ਾਪ ਹੋ ਸਕਦੀ ਆ, ਡਾਕਟਰ ਹੈ ਤੇ ਇੱਕ ਹੋ ਸਕਦਾ। ਹੁਣ ਮੈਨੂੰ ਲੱਗਦਾ ਕਿ ਇੱਕ ਪਲਾਜ਼ੇ 'ਚ ਸਭ ਕੁਝ ਰਲਗੜ ਹੋ ਗਿਆ, ਹੁਣ ਉੱਦਾਂ ਦੀ ਕੋਈ ਰਹੀ ਨਹੀਂ ਗੱਲ। ਚਲੋ ਹੁਣ ਇਲੈਕਸ਼ਨ ਦੇ ਤੁਸੀਂ ਬਿਲਕੁਲ ਨੇੜੇ ਪਹੁੰਚ ਗਏ ਹੋ, ਅਗਲੇ ਕੁਝ ਦਿਨਾਂ 'ਚ ਤੁਸੀਂ ਬਹੁਤ ਬਿਜ਼ੀ ਹੋ ਜਾਣਾ। ਆਪਾਂ ਕੋਸ਼ਿਸ਼ ਕਰਾਂਗੇ ਕਿ ਇੱਕ ਵਾਰੀ ਇਲੈਕਸ਼ਨ ਤੋਂ ਪਹਿਲਾਂ ਇੱਕ ਗੱਲ ਹੋਰ ਕਰੀਏ, ਫਿਰ ਇਹਦੀਆਂ ਤੁਹਾਡੀਆਂ 2 ਇੰਟਰਵਿਊ ਹੋਣਗੀਆਂ ਨਾ ਜੀ, ਉਹ ਸਾਡੇ ਕੋਲ ਰਿਕਾਰਡ ਹੋਊਗਾ ਹਮੇਸ਼ਾ ਲਈ। ਤੇ ਜਦੋਂ ਤੁਸੀਂ ਕੌਂਸਲਰ ਬਣੋਗੇ ਨਾ, ਫਿਰ ਤੁਹਾਨੂੰ ਲਿਆ ਕੇ ਪੁੱਛਾਂਗੇ ਵੀ ਵਾਕਿਆ ਤੁਸੀਂ ਉੱਥੇ ਖੜੇ ਹੋ ਕਿ ਅੱਜ ਕੱਲ੍ਹ ਬਿਲਡਰ ਮਾਫੀਏ ਦੇ ਨਾਲ ਗੱਡੀ ਝੂਟ ਰਹੇ ਹੋ। ਨਹੀਂ, ਮੈਂ ਉਹ ਵੇਖਾਂਗੇ ਫਿਰ ਅੱਗੇ ਚੱਲ ਕੇ। ਮੈਂ ਗਿੱਲ ਸਾਹਿਬ ਇਹਦੇ 'ਚ ਇੱਕ ਹੋਰ ਵਾਅਦਾ ਕਰ ਦੇਣਾ ਚਾਹੁੰਦਾ ਹਾਂ
ਕਿ ਅਸੀਂ ਕੀ ਕਰਦੇ ਆ ਕਿ ਅੱਜ ਦੀ ਤਰੀਕ 'ਚ ਸਾਰਿਆਂ ਦਾ ਜ਼ੋਰ ਲੱਗਿਆ ਹੋਇਆ, 4 ਸਾਲਾਂ ਬਾਅਦ ਨਾ ਸਾਰੇ ਜ਼ੋਰ ਲਾਉਂਦੇ ਆ, ਕੱਲਾ ਡੋਰ ਖੜਕਾਵਾਂਗੇ ਜਾ ਕੇ ਅਸੀਂ, ਪਰ ਅਸੀਂ ਪੌਣੇ 4 ਸਾਲ ਨਹੀਂ ਕਿਸੇ ਨੂੰ ਦੇਖਦੇ। ਅਸੀਂ ਇਹ ਵੀ ਚੀਜ਼ ਚੇਂਜ ਕਰਨੀ ਆ, ਜੇ ਅਸੀਂ ਸਾਰਿਆਂ ਦੇ ਸਾਥ ਦੇ ਨਾਲ ਚੁਣੇ ਗਏ ਤੇ ਅਸੀਂ ਕੁਝ ਫ੍ਰੀਕੁਐਂਸੀ ਸੈੱਟ ਕਰਨੀ ਆ, ਕੋਈ 3 ਮਹੀਨੇ 6 ਮਹੀਨੇ, ਜਿਹਦੇ 'ਚ ਅਸੀਂ ਰੈਜ਼ੀਡੈਂਟਸ ਨਾਲ ਗੱਲ ਕਰੀਏ, ਉਹਨਾਂ ਨੂੰ ਇਹ ਟਾਊਨ ਮੀਟਿੰਗਾਂ ਤਾਂ ਬਹੁਤ ਗੱਲ ਹੁੰਦੀ ਸੀ ਇੱਥੇ, ਕਦੀ ਸੁਣਦੇ ਨਹੀਂ ਹੁਣ ਆਪਾਂ, ਹੁਣ ਨਹੀਂ ਹੁੰਦੀਆਂ ਕਦੀ ਹੁੰਦੀਆਂ ਨਹੀਂ। ਹੁਣ ਉਹ ਕਹਿੰਦੇ ਆ ਜੀ ਹੁਣ ਬਿਹਾਈਂਡ ਕਲੋਜ਼ ਡੋਰ ਹੁੰਦੀਆਂ ਨੇ, ਕਿਉਂਕਿ ਉੱਥੇ ਉਹਨਾਂ ਨੇ ਗੱਲ ਤੇ ਉਹੀ ਆ, ਉੱਥੇ ਫੇਸ ਕਰਨਾ ਪੈਂਦਾ, ਕੁਐਸਚਨ ਫੇਸ ਕਰਨੇ ਪੈਂਦੇ ਆ ਸਿਟੀਜ਼ਨ ਦੇ। ਅਸੀਂ ਲੋਕਾਂ 'ਚ ਰਵਾਂਗੇ, ਲੋਕਾਂ 'ਚ ਵਿਚਰਨਾ, ਯਾਨੀ ਕਿ ਤੁਸੀਂ ਉਹ ਮੀਟਿੰਗਾਂ ਕੰਟੀਨਿਊ ਕਰਿਆ ਕਰੋਗੇ, ਲੋਕਾਂ ਸਾਹਮਣੇ ਆਇਆ ਕਰੋਗੇ। ਅਸੀਂ ਪੂਰਾ ਜ਼ੋਰ ਲਾਵਾਂਗੇ ਕਿ ਉਹ ਮੀਟਿੰਗਸ 'ਚ ਪਬਲਿਕ ਨੂੰ ਇਨਵੀਟੇਸ਼ਨ ਦਿੱਤਾ ਜਾਏ, ਨੰਬਰ 1। ਨੰਬਰ 2, ਆਪਣੇ ਤੌਰ ਤੇ ਆਪਣੇ ਵੱਲੋਂ ਇਨੀਸ਼ੀਏਟਿਵ ਲੈ ਕੇ ਲੋਕਲ ਪਾਰਕਸ ਦੇ ਵਿੱਚ ਲੋਕਾਂ ਨੂੰ ਸੱਦਾ ਦਿੱਤਾ ਜਾਏਗਾ, ਜਾਂ ਕਿਸੇ ਵੀ ਥਾਂ 'ਤੇ ਜਿੱਥੇ ਇਕੱਠ ਕੀਤਾ ਜਾ ਸਕਦਾ ਕਿ ਆ ਫਲਾਣੀ ਤਰੀਕ ਨੂੰ ਅਸੀਂ ਆਵਾਂਗੇ। ਇਹਦੇ 'ਚ ਅਸੀਂ ਪਿਛਲੇ 3-6 ਮਹੀਨੇ ਦਾ ਤੁਹਾਡੇ ਅੱਗੇ ਡਾਟਾ ਸ਼ੇਅਰ ਕਰਾਂਗੇ ਕਿ ਅਸੀਂ ਕੀ ਕੀਤਾ, ਤੇ ਅਗਲੇ 6 ਮਹੀਨਿਆਂ ਦੀ ਲੋਕਾਂ ਤੋਂ ਸਲਾਹ ਲਵਾਂਗੇ ਕਿ ਹੋਰ ਤੁਸੀਂ ਕੀ ਚਾਹੁੰਦੇ ਹੋ ਤੇ ਤੁਹਾਡੇ ਆਲੇ ਦੁਆਲੇ 'ਚ ਕੀ ਆਵੇ। ਮੈਂ ਕਾਲੂ ਸਾਹਿਬ ਕਹਿਤਾ ਵੀ ਇੱਕ ਇੰਟਰਵਿਊ ਤੁਹਾਡੀ ਇਲੈਕਸ਼ਨ ਤੋਂ ਪਹਿਲਾਂ ਤੇ ਇੱਕ ਜਿੱਤਣ ਤੋਂ ਬਾਅਦ, ਫਿਰ ਅਸੀਂ ਵੇਖਾਂਗੇ ਵੀ ਤੁਸੀਂ ਅੱਜ ਵਰਗੇ ਹੋ ਕਿ ਬਦਲ ਗਏ ਹੋ, ਤੇ ਹੁਣ ਤੁਹਾਡੀ ਵਾਰੀ ਆ, ਤੁਸੀਂ ਦਰਸ਼ਕਾਂ ਨੂੰ ਆਪਣੇ ਨੂੰ ਅਪੀਲ ਕਰੋ ਕਿ ਉਹ ਤੁਹਾਨੂੰ ਕਿਸ ਤਰੀਕੇ ਨਾਲ ਮਦਦ ਕਰ ਸਕਦੇ ਆ। ਤੁਹਾਡਾ ਆਫਿਸ ਕਿੱਥੇ ਆ, ਤੁਹਾਡਾ ਟੈਲੀਫੋਨ ਨੰਬਰ ਕਿਹੜਾ ਆ, ਕਿੱਥੇ ਤੁਹਾਡੇ ਜਿਹੜੇ ਵਾਰਡ ਦੇ ਲੋਕ ਆ ਤੁਹਾਨੂੰ ਅਪਰੋਚ ਕਰ ਲੈਣ, ਤੇ ਤੁਸੀਂ ਉਹਨਾਂ ਤੱਕ ਕਿੱਦਾਂ ਪਹੁੰਚ ਕਰਨੀ ਆ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ, ਉਹ ਤੁਸੀਂ ਆਪਣਾ ਪਲਾਨ ਇੱਕ ਵਾਰੀ ਦੱਸ ਦਿਓ, ਤੇ ਫਿਰ ਆਪਾਂ ਦੁਬਾਰਾ ਫਿਰ ਮਿਲਾਂਗੇ। ਸੋ ਜਿੱਦਾਂ ਗਿੱਲ ਸਾਹਿਬ ਨੇ ਕਿਹਾ, ਇੱਕ ਮੀਟਿੰਗ ਅੱਜ ਹੋ ਗਈ ਆ, ਇੱਕ ਅਸੀਂ ਇਲੈਕਸ਼ਨਾਂ ਤੋਂ ਪਹਿਲਾਂ ਕਰਨੀ ਆ, ਤੇ ਜੇ ਅਸੀਂ ਤੁਹਾਡੇ ਸਾਥ ਨਾਲ ਜਿੱਤ ਗਏ ਤੇ ਇੱਕ ਮੀਟਿੰਗ ਅਸੀਂ ਹਰ 6 ਮਹੀਨਿਆਂ ਬਾਅਦ ਗਿੱਲ ਸਾਹਿਬ ਨਾਲ ਕਰਿਆ ਕਰਨੀ ਆ, ਜਿਸ 'ਚ ਅਸੀਂ ਤੁਹਾਨੂੰ ਅਪਡੇਟ ਦਿਆ ਕਰਨਾ ਆ। ਸੋ ਮੈਂ ਹੁਨਰ ਕਾਲੂ ਵਾਰਡ 2 ਤੋਂ ਐਜ਼ ਅ ਏਰੀਆ ਕਾਉਂਸਲਰ ਕੰਟੈਸਟ ਕਰ ਰਿਹਾ ਜੀ, ਕੈਲਡਨ ਤੋਂ। ਮੈਨੂੰ ਤੁਹਾਡੇ ਸਾਰਿਆਂ ਦੇ ਸਾਥ ਦੀ ਲੋੜ ਆ, ਤਾਂ ਜੋ ਅਸੀਂ ਜੋ ਜਿਹੜੀਆਂ ਚੀਜ਼ਾਂ ਲੋਕਾਂ ਦੇ ਲਈ, ਲੋਕਾਂ ਦੇ ਹਿੱਤਾਂ ਲਈ ਸੋਚ ਰਹੇ ਹਾਂ, ਉਹ ਅਸੀਂ ਕਰ ਸਕੀਏ, ਤੇ ਇਹ ਸੋਚ ਦੇ ਨਾਲ ਅਸੀਂ ਅੱਗੇ ਵਧੇ ਹਾਂ। ਸਾਨੂੰ ਤੁਹਾਡੇ ਸਾਥ ਤੇ ਆਸ਼ੀਰਵਾਦ ਦੀ ਲੋੜ ਆ। ਮੇਰਾ ਨੰਬਰ ਆ ਜੀ 905 226 1890, ਤੇ ਤੁਸੀਂ ਮੈਨੂੰ ਇੱਕ ਵਾਰੀ ਫਿਰ ਰਿਪੀਟ ਕਰ ਦਿਓ, ਥੋੜਾ ਸਲੋ ਬੋਲ ਕੇ ਕਰ ਦਿਓ। 905 226 1890, 905 226 1890। ਮੈਨੂੰ ਕਿਸੇ ਵੇਲੇ ਵੀ ਤੁਸੀਂ ਕਾਲ ਕਰ ਸਕਦੇ ਹੋ, ਤੇ ਮੈਂ ਹਮੇਸ਼ਾ ਕੋਸ਼ਿਸ਼ ਕਰੂੰਗਾ ਕਿ ਮੈਂ ਤੁਹਾਡੇ ਵਿੱਚ ਰਵਾਂ, ਤੁਹਾਡੇ ਵਿੱਚ ਵਿਚਰਾਂ, ਤਾਂ ਕਿ ਇਹ ਮਸਲੇ ਅਸੀਂ ਰਿਗਾਰਡਲੈਸ ਆਫ ਦਾ ਆਊਟਕਮ ਆਫ ਦਾ ਇਲੈਕਸ਼ਨ ਹਮੇਸ਼ਾ ਅੱਗੇ ਲੈ ਕੇ ਜਾ ਸਕੀਏ। ਕਾਲੂ ਸਾਹਿਬ, ਕੋਈ ਆਫਿਸ ਖੋਲਿਆ ਤੇ ਉਹਦਾ ਵੀ ਐਡਰੈਸ ਦੱਸ ਦਿਓ, ਜਾਂ ਘਰੋਂ ਹੀ ਕਰਦੇ ਹੋ ਤੇ ਘਰ ਦਾ ਐਟਲੀਸਟ ਐਡਰੈਸ ਦੱਸ ਦਿਓ, ਕਿ ਜੇ ਕਿਸੇ ਨੇ ਪਹੁੰਚ ਕਰਨੀ ਹੋਵੇ ਤੱਕ ਤੋਂ ਕਿੱਦਾਂ ਕਰੇ। ਆਫਿਸ ਦਾ ਜਿੱਦਾਂ ਅਸੀਂ ਪਹਿਲਾਂ ਜ਼ਿਕਰ ਕੀਤਾ ਕਿ ਆਫਿਸ ਸਾਨੂੰ ਮਿਲਿਆ ਹੀ ਨਹੀਂ, ਕਿਉਂਕਿ ਉੱਥੇ ਹੈ ਨਹੀਂ ਆ, ਤੇ ਮੇਰੇ ਘਰ ਦਾ ਐਡਰੈਸ ਹੈਗਾ ਜੀ 13 ਸਟੋ ਮਾਰਕੀਟ ਸਟਰੀਟ, ਕੈਲਡਨ। ਉਹਦਾ ਗਰਾਜ ਹਮੇਸ਼ਾ ਖੁੱਲਾ ਹੁੰਦਾ ਹੈ। ਇੱਕ ਵਾਰੀ ਫੇਰ ਬੋਲ ਦਿਓ 13 ਸਟੋ ਮਾਰਕੀਟ ਦਾ ਗਰਾਜ ਹਮੇਸ਼ਾ ਖੁੱਲਾ ਜੀ। ਜੇ ਗਰਾਜ ਨਹੀਂ ਖੁੱਲਾ ਤੇ ਡੋਰਬੈਲ ਕਰੋ, ਕੋਈ ਨਾ ਕੋਈ ਜ਼ਰੂਰ ਆਨਸਰ ਕਰੇਗਾ, ਤੇ ਅਸੀਂ ਹਮੇਸ਼ਾ ਤੁਹਾਡੇ ਨਾਲ ਹੀ ਰਵਾਂਗੇ, ਤੇ ਤੁਹਾਡੇ ਸਾਥ ਦੀ ਵੀ ਆਸ ਕਰਦੇ ਹਾਂ। ਧੰਨਵਾਦ ਕਾਲੂ ਸਾਹਿਬ, ਬਹੁਤ ਸ਼ੁਕਰੀਆ, ਧੰਨਵਾਦ। ਤੁਸੀਂ ਆ ਕੇ ਸਾਡੇ ਦਰਸ਼ਕਾਂ ਨਾਲ ਵੀ ਸਾਂਝ ਪਾਈ, ਤੇ ਉਮੀਦ ਕਰਦੇ ਆ ਕਿ ਜਿਹੜੀਆਂ ਗੱਲਾਂ ਤੁਸੀਂ ਕੀਤੀਆਂ ਉਹਨਾਂ ਤੇ ਖਰੇ ਉਤਰੋਗੇ। ਮੈਨੂੰ ਤਾਂ ਪੂਰੀ ਉਮੀਦ ਹੈ, ਪਰ ਸਾਡੇ ਦਰਸ਼ਕ ਕਈ ਵਾਰ ਹੁੰਦਾ ਨਾ ਕਿ ਕਹਿਣ ਦੀਆਂ ਗੱਲਾਂ ਹੋਰ ਹੁੰਦੀਆਂ, ਕਰਨ ਦੀਆਂ ਹੋਰ ਹੁੰਦੀਆਂ। ਜਦੋਂ ਮੌਕਾ ਆਊਗਾ ਫਿਰ ਅਸੀਂ ਤੁਹਾਨੂੰ ਤਿੱਖੇ ਸਵਾਲ ਵੀ ਕਰਾਂਗੇ। ਇਹ ਜਨਰੇਸ਼ਨਲ ਮੋਢਿਆਂ ਦੀ ਜ਼ਿੰਮੇਵਾਰੀ ਹੈ ਜੀ, ਇਹ ਨਿਭਾਉਣੀ ਪੈਣੀ ਹੈ, ਇਹ ਤੇ ਅਸੀਂ ਗਾਂ ਵੀ ਤੋਰਨੀ ਹੈ। ਮੇਰਾ ਮਤਲਬ ਅਗਲੀ ਵਾਰ ਆਓਗੇ ਤੇ ਥੋੜੀ ਤਿੱਖੀ ਵਾਰਤਾਲਾਪ ਵੀ ਹੋਊਗੀ, ਪਹਿਲੀ ਵਾਰ ਆਪਾਂ। ਸ਼ੁਕਰੀਆ, ਬਹੁਤ ਮਿਹਰਬਾਨੀ। ਆਪਣੀ ਧਰਤੀ ਨਾਲ ਜੁੜੇ ਲੋਕਾਂ ਲਈ ਇੱਕ ਵਿਲੱਖਣ ਪ੍ਰੋਗਰਾਮ, ਮੇਰੀ ਧਰਤੀ ਮੇਰੇ ਲੋਕ। ਟੀਵੀ ਪੰਜਾਬੀ ਦੁਨੀਆ, ਆਪਣੀ ਬੋਲੀ, ਆਪਣਾ ਮਾਣ।